ਨੇ। ਜੈਸੇ ਬੰਦ ਹੋ ਗਈ ਆਵਾਜ਼, ਅੱਜ ਬੋਲਣਾ ਨਹੀਂ ਸ਼ੁਰੂ ਕੀਤਾ। ਨਹੀਂ, ਮੈਂ ਆਵਾਜ਼ ਨਹੀਂ ਆ ਰਹੀ। ਰਿਕਾਰਡਿੰਗ ਲਗਾ ਰਿਹਾ ਸੀ। ਓਕੇ ਓਕੇ, ਮੈਂ ਕਿਹਾ ਪਤਾ ਨਹੀਂ। ਨਹੀਂ ਸੈਟਅਪ ਕਰ ਰਿਹਾ ਸੀ। ਹੋ ਗਿਆ ਜੀ। ਅੱਜ ਆਪਾਂ 1008 1008 ਇੱਥੋਂ ਜਿਹੜੇ ਹੈਗੇ ਆਪਾਂ ਮਾਰੂ ਰਾਗ ਦੇ ਵਿੱਚ 9ਵੀਂ ਪਾਤਸ਼ਾਹੀ ਦੇ ਸ਼ਬਦ, ਜਿਹੜੇ 3 ਸ਼ਬਦ ਹੈਗੇ ਉਹ ਲੈਣ ਲੱਗੇ ਹਾਂ ਜੀ। ਮਹਾਰਾਜ ਮਿਹਰ ਕਰਨ। ਮਾਰੂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਾਰੂ ਮਹੱਲਾ 9ਵਾਂ। ਹਰ ਕੋ ਨਾਮ ਸਦਾ ਸੁਖਦਾਈ, ਜਾਕੋ ਸਿਮਰ ਅਜਾਮਲ ਉਧਰਿਓ, ਗਨ ਕਾ ਹੂੰ ਗਤ ਪਾਈ। ਰਹਾਓ। ਹਰ ਕੋ ਨਾਮ ਸਦਾ ਸੁਖਦਾਈ। ਪਰਮੇਸ਼ਰ ਦਾ ਨਾਮ ਜਿਹੜਾ ਹੈਗਾ, ਮਾਲਕ ਨੂੰ ਯਾਦ ਕਰਨਾ, ਇਹ ਪਰਮੇਸ਼ਰ ਦਾ ਨਾਮ ਹੈਗਾ। ਪਰਮੇਸ਼ਰ ਦਾ ਨਾਮ ਜਿਹੜਾ ਹੈਗਾ, ਆਖਰੀ ਨਾਮ ਜਿਹੜਾ ਹੈਗਾ, ਇਹ ਤਾਂ ਅਣਗਿਣਤ ਨਾਮ ਹੈ ਪਰਮੇਸ਼ਰ ਦੇ। ਉਹਦੇ ਗੁਣਾ ਅਣਗਿਣਤ ਗੁਣ ਆ, ਬੇਅੰਤ ਗੁਣ ਤੇਰੇ। ਜਿੰਨੇ ਗੁਣ ਆ ਉਹਨੇ ਨਾਮ ਲਾ ਸਕਦੇ ਆ ਉਹ ਮਾਲਕ ਦੇ ਜਿਹੜੇ ਹੈਗੇ। ਨਾਮ ਦਾ ਕੀ ਮਤਲਬ ਆ? ਨਾਮ ਦਾ ਮਤਲਬ ਆ ਮਾਲਕ ਪਰਮਾਤਮਾ ਦਾ ਧਿਆਨ, ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਦੇ ਨਾਲ ਬੈਠਣਾ, ਉਹਦੀ ਯਾਦ, ਮਾਲਕ ਦੀ ਯਾਦ, ਬਸ ਇਹ ਆ ਉਹਦਾ ਨਾਮ। ਔਰ ਆਪਾਂ ਜਿਹੜੇ ਹੈਗੇ ਆ ਆਪਣੇ ਹਿਰਦੇ ਦੇ ਵਿੱਚ ਜਿਹੜੀ ਚੀਜ਼ ਹਿਰਦੇ ਦੇ ਵਿੱਚ ਵਸੀ ਹੋਈ ਆ, ਉਹ ਜਿਹੜੀ ਹੈਗੀ ਆਖਰੀ ਦਮ ਤੱਕ ਉਹੀ ਚੱਲਦੀ ਰਹਿੰਦੀ ਹੈ। ਉਸੇ ਨੂੰ ਆਪਾਂ ਯਾਦ ਕਰੀ ਜਾਂਦੇ ਹਾਂ। ਔਰ ਇਹ 5 ਤੱਤ ਇਹਨਾਂ ਦੇ ਵਿੱਚ ਜਿਹੜੇ ਹੈਗੇ ਆਕਾਰ ਦੇ ਵਿੱਚ, ਸੰਸਾਰ ਦੇ ਵਿੱਚ ਜੋ ਮਾਲਕ ਨੇ ਚੋਗਾ ਖਿਲਾਰਿਆ ਹੋਇਆ ਆ, ਇਹਦੇ ਵਿੱਚ ਹੀ ਆਪਣੀ ਜਿਹੜੀ ਹੈਗੀ ਆ, ਆਪਾਂ ਨੇ ਜੀਵਨ ਆਪਣੇ ਕਈ ਜਨਮਾਂ ਤੋਂ ਆਪਣਾ ਜੀਵਨ ਇਸੇ ਪਾਸੇ ਚੱਲਦਾ ਆ ਰਿਹਾ ਹੈ। ਔਰ ਇਹੀ ਆਪਣੇ ਹਿਰਦੇ ਦੇ ਵਿੱਚ ਵਸ ਚੁੱਕੇ ਹੈ। ਔਰ ਆਖਰੀ ਦੇ ਵਿੱਚ ਜਿਹੜਾ ਹੈਗਾ ਇਨਸਾਨ ਦਾ ਆਖਰੀ ਫੇਜ਼ ਹੁੰਦਾ ਬੁਢਾਪਾ। ਔਰ ਬੁਢਾਪੇ ਦੇ ਵਿੱਚ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਸੈਂਸਸ ਜਿਹੜੀਆਂ ਹੈਗੀਆਂ, ਇਹ ਸੂਝ ਕਹਿ ਲਓ, ਸੋਝੀ, ਇਹ ਜਿਹੜੀਆਂ ਹੈਗੀਆਂ ਘਟ ਜਾਂਦੀਆਂ ਆਪਣੀਆਂ, ਇਹ ਡਾਊਨ ਡੈਡ ਹੋਣੀਆਂ ਸ਼ੁਰੂ ਹੋ ਜਾਂਦੀਆਂ। ਔਰ ਇਹਦੇ ਨਾਲ ਫਿਰ ਜਿਹੜਾ ਹੈਗਾ ਆਪਾਂ ਨੂੰ ਅਚਨਚੇਤ ਜਿਹੜਾ ਹੈਗਾ ਉਹੀ ਕੁਛ ਆਪਣੇ ਚੋਂ ਨਿਕਲਣਾ ਆ, ਉਸੇ ਪਾਸੇ ਨੂੰ ਆਪਣੀ ਸੁਰਤ ਜਾਣੀ ਆ ਜੋ ਆਪਾਂ ਨੇ ਜਿਹੜਾ ਹੈਗਾ ਸਾਰੀ ਉਮਰ ਜਿਹੜਾ ਹੈਗਾ ਜੋ ਆਪਾਂ ਨੇ ਬੀਜਿਆ, ਜੋ ਆਪਾਂ ਨੇ ਕੀਤਾ ਹੈਗਾ। ਜਿਵੇਂ ਲੇਡੀਜ਼ ਹੁੰਦੀਆਂ ਜਿਨ੍ਹਾਂ ਨੇ ਘਰ ਗ੍ਰਸਤੀ ਜਿਹੜੇ ਹੈਗੇ, ਟੱਬਰ ਜਾਂ ਘਰ ਦੇ ਕੰਮ ਕਰਨੇ ਆ, ਉਹਨਾਂ ਦੀ ਜਿਹੜੀ ਹੈਗੀ ਆ ਸੁਰਤ ਜਿਹੜੀ ਹੈਗੀ ਆ, ਉਹ ਉਸੇ ਪਾਸੇ ਜਿਹੜੀ ਹੈਗੀ ਉਹਨਾਂ ਕੰਮਾਂ ਦੇ ਵਿੱਚ ਹੀ ਘੁੰਮਦੀ ਹੈ। ਕਿਉਂਕਿ ਉਹ ਜਿਹੜੇ ਹੈਗੇ ਉਹ ਲੀਹਾਂ, ਉਹ ਹਿਰਦੇ ਦੇ ਵਿੱਚ ਸੰਸਕਾਰ ਬਣ ਚੁੱਕੇ ਹੈ, ਉਹੀ ਫੀਲਡ ਆ। ਹੁਣ ਜੇ ਆਪਾਂ ਆਹ ਜਿਹੜੀ ਚੀਜ਼ ਆਪਣੇ ਹਿਰਦੇ 'ਚ ਬੈਠੀ ਹੈ, ਜੇ ਇਹਨੂੰ ਨਹੀਂ ਹਟਾਵਾਂਗੇ ਆਪਾਂ, ਤਾਂ ਆਹ ਜਨਮ ਜਿਹੜਾ ਹੈਗਾ ਆਪਣਾ ਇਹ ਵੇਸਟ ਹੋ ਜਾਏਗਾ। ਇਹਨੂੰ ਜਿਹੜਾ ਲਾਜ਼ਮੀ ਜਿਹੜਾ ਹੈਗਾ ਹਿਰਦੇ 'ਚੋਂ ਇਸ ਨੂੰ ਕੱਢਣਾ ਹੈਗਾ। ਇਹ ਸੰਸਕਾਰ ਹੈਗੇ, ਇਹ ਜਿਹੜੀਆਂ ਹੈਗੀਆਂ ਜਿੱਥੇ ਆਪਾਂ ਨੇ ਜਿਹੜੀ ਗਤੀ ਕੀਤੀ ਆ, ਉਹਦੀਆਂ ਲੀਹਾਂ ਬਣ ਚੁੱਕੀਆਂ ਆ, ਇਹਨਾਂ ਨੂੰ ਹਟਾਉਣਾ ਲਾਜ਼ਮੀ ਹੈਗਾ। ਔਰ ਇਹਦੇ ਵਾਸਤੇ ਗੁਰੂ ਦੀ ਮੱਤ ਲੈਣੀ ਜ਼ਰੂਰੀ ਹੈਗੀ। ਨਹੀਂ ਤਾਂ ਆਦਮੀ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ, ਆਪਣੀ ਹਉਮੈ ਜਿਹੜੀ ਹੈਗੀ ਆ, ਉਹ ਆਪਣੀ ਮੱਤ ਜਿਹੜੀ ਹੈਗੀ ਉਹ ਛੱਡਦਾ ਹੀ ਨਹੀਂ ਹੈਗਾ। ਕਿਉਂਕਿ ਉਹਦੀ ਮੱਤ ਜਿਹੜੀ ਹੈਗੀ ਜਿੱਥੇ ਤੇ ਉਹਦੇ ਅੰਦਰ ਜਿੰਨੀ ਕੁ ਜਿਹੜੀ ਹੈਗੀ ਆ, ਜੋ ਵੀ ਉਹਨੇ ਕੀਤਾ ਹੈਗਾ, ਉਹੀ ਉਹਦੇ ਅੰਦਰ ਜਿਹੜੀ ਹੈਗੀਆਂ ਵੀਡੀਓਜ਼, ਉਹੀ ਉਹਦੇ ਅੰਦਰ ਜਿਹੜਾ ਹੈਗਾ ਡਾਟਾ ਇਕੱਠਾ ਹੈਗਾ। ਔਰ ਉਹਦੀ ਮੱਤ ਨੇ ਉਹੀ ਕੁਝ ਸੋਚਣਾ ਹੈਗਾ। ਇਸ ਕਰਕੇ ਹੁਣ ਆਪਾਂ ਜਿਹੜੇ ਹੈਗੇ ਮਾਲਕ ਨੇ, ਪਰਮਾਤਮਾ ਨੇ ਜਿਹੜਾ ਹੈਗਾ ਆਪਾਂ ਨੂੰ ਸੰਜੋਗ ਬਖਸ਼ਿਆ ਹੈ, ਆਪਾਂ ਨੂੰ ਆ ਗੁਰੂ ਦੀ ਮੱਤ ਜਿਹੜੀ ਹੈਗੀ ਆ ਮਾਲਕ ਜਿਹੜਾ ਹੈਗਾ ਦੇ ਰਿਹਾ ਹੈ। ਔਰ ਆਪਾਂ ਇਹਦੇ ਨਾਲ ਜਿਹੜਾ ਹੈਗਾ ਉਸ ਸੰਸਕਾਰਾਂ ਨੂੰ ਮਿਟਾਈਏ ਅਤੇ ਆਹੀ ਜੀਵਨ ਜਾਚ ਹੈਗੀ ਭਾਈ।
ਹਰ ਕੋ ਨਾਮ ਸਦਾ ਸੁਖਦਾਈ। ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਹਮੇਸ਼ਾ ਜਿਹੜਾ ਹੈਗਾ ਹਮੇਸ਼ਾ ਸੁਖਦਾਈ ਹੈਗਾ। ਜੇ ਸੁਖ ਚਾਹੀਦਾ ਹੈ ਪਿਆਰਿਆ ਤੇ ਪਰਮੇਸ਼ਰ ਨੂੰ ਯਾਦ ਕਰਨਾ ਪਊਗਾ। ਬਸ ਪਰਮੇਸ਼ਰ ਨੂੰ ਆਪਣੇ ਜੀਵਨ 'ਚ ਲੈ ਕੇ ਆਉਣਾ ਪਊਗਾ। ਮਾਲਕ ਵੱਲ ਧਿਆਨ ਕਰਨਾ ਪਊਗਾ। ਮਾਲਕ ਨੂੰ ਸਮਰਨ ਕਰਨਾ ਪਊਗਾ। ਮਾਲਕ ਨੂੰ ਪੁਕਾਰਨਾ ਪਊਗਾ। ਜੇ ਸੁੱਖ ਚਾਹੁੰਦਾ ਆ ਤਾਂ, ਜੇ ਅੱਜ ਜਨਮ ਦੇ ਵਿੱਚ ਸੁਖੀ ਹੋਣਾ ਚਾਹੁੰਦਾ ਹੈ, ਇਸ ਜਨਮ ਦੇ ਵਿੱਚ ਕੁਛ ਖੱਟੀ ਕਰਨਾ ਚਾਹੁੰਦਾ ਹੈ ਤੇ ਪਿਆਰਿਆ ਆਹ ਕੰਮ ਕਰਨਾ ਪਊਗਾ। ਜਾਕੋ ਸਿਮਰ ਅਜਾਮਲ ਉਦਰਿਓ ਗਨ ਕਾ ਹੂੰ ਗਤ ਪਾਈ। ਔਰ ਦੇਖ ਲਓ ਮਹਾਰਾਜ ਜਿਹੜੇ ਹੁਣ ਐਗਜ਼ਾਮਪਲ ਦੇ ਰਹੇ ਆਪਾਂ ਨੂੰ। ਪਾਪੀ ਤੋਂ ਪਾਪੀ ਬੰਦਾ ਜਿਹੜਾ ਹੈਗਾ ਉਹ ਪਰਮੇਸ਼ਰ ਦੇ ਨਾਮ ਦੇ ਨਾਲ, ਇਹ ਸੁਖਦਾਈ ਨਾਮ ਦੇ ਨਾਲ ਸੁਖ ਨੂੰ ਪ੍ਰਾਪਤ ਕਰ ਗਿਆ ਔਰ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ। ਇਹ ਸੰਸਾਰ ਸਮੁੰਦਰ ਐਸਾ ਹੈਗਾ, ਇਹਦਾ ਉਰਲਾ ਕਿਨਾਰਾ ਜਿਹੜਾ ਹੈਗਾ ਉਰਵਾਰ ਤੋਂ ਆਪਾਂ ਚੱਲੇ ਹਾਂ। ਹੁਣ ਉਰਵਾਰ ਆਪਾਂ ਤੋਂ ਪਿੱਛੇ ਰਹਿ ਗਿਆ। ਵਾਪਸ ਆਪਾਂ ਉੱਥੋਂ ਨਹੀਂ ਸ਼ੁਰੂ ਕਰ ਸਕਦੇ ਜਿੱਥੋਂ ਆਪਾਂ ਮਨੁੱਖਾ ਜੂਨ ਪਾਈ ਸੀਗੀ। ਵਾਪਸ ਪਿਛਲਾ ਕਿਨਾਰਾ ਗਿਆ। ਹੁਣ ਜਾਂ ਤਾਂ ਅਗਲੇ ਕਿਨਾਰੇ ਪਹੁੰਚ ਜਾਈਏ ਜਾਂ ਸੰਸਾਰ ਦੇ ਇਹਦੇ ਵਿੱਚ ਜਿਹੜਾ ਸਮੁੰਦਰ ਦੇ ਵਿੱਚ ਡੁੱਬ ਜਾਈਏ। ਦੋ ਹੀ ਆਪਸ਼ਨ ਬਚੇ ਆਪਣੇ ਕੋਲ। ਪਿਛਲਾ ਕਿਨਾਰਾ ਚਲਾ ਗਿਆ ਆਪਣੇ ਕੋਲੋਂ। ਬਸ ਹੁਣ ਆਪਣਾ ਜਹਾਜ਼ ਜਿਹੜਾ ਹੈਗਾ, ਇਹ ਜੀਵਨ ਦਾ ਜਹਾਜ਼ ਜਿਹੜਾ ਹੈਗਾ ਇਹ ਸਮੁੰਦਰ ਦੇ ਵਿੱਚ ਹੈਗਾ। ਇਸ ਚੋਂ ਅਗਲੇ ਕਿਨਾਰੇ ਪਹੁੰਚ ਜਾਵਾਂਗੇ ਤੇ ਯਾਤਰਾ ਜਿਹੜੀ ਹੈਗੀ ਖਤਮ ਹੋ ਜਾਏਗੀ। ਪਾਏ ਸੁਖੀ ਹੋ ਜਾਵਾਂਗੇ ਹਮੇਸ਼ਾ। ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਪੰਜਾਂ ਤੱਤਾਂ ਦੀ ਰਚਨਾ ਤੋਂ ਪਰੇ, ਆਪਾਂ ਵੀ ਪਰੇ ਹੋ ਜਾਵਾਂਗੇ। ਅਸਲੀ ਆਪਣਾ ਜਿਹੜਾ ਰੂਪ ਹੈ, ਅਸਲੀ ਜਿਹੜੀ ਆਪਣੀ ਜਿਹੜਾ ਟਿਕਾਣਾ ਹੈਗਾ ਉਸ ਟਿਕਾਣੇ ਤੇ ਪਹੁੰਚ ਜਾਵਾਂਗੇ। ਨਹੀਂ ਤਾਂ ਫਿਰ ਜੇ ਡੁੱਬ ਗਏ ਤੇ ਫਿਰ ਪਾਏ ਦੇਖ ਲਓ 84 ਲੱਖ ਜੂਨਾਂ ਹੈਗੀਆਂ ਔਰ ਇਹਨਾਂ ਨੂੰ ਫਿਰ ਵਾਪਸ ਜਿਹੜਾ ਹੈਗਾ ਫਿਰ ਕਾਰਨ ਸ਼ੀਰ ਘਟਾਉਣਾ ਪਏਗਾ ਆਪਾਂ ਨੂੰ। ਉਹ ਮਨੁੱਖਾ ਸਰੀਰ ਮਨੁੱਖਾ ਜੂਨ ਜਿਹੜੀ ਹੈਗੀ ਜਿੱਥੋਂ ਯਾਤਰਾ ਸ਼ੁਰੂ ਕੀਤੀ ਸੀ ਉਰਵਾਰ ਜਿਹੜਾ ਹੈਗਾ ਉਹਦੇ ਪਾਉਣ ਦੇ ਵਾਸਤੇ ਆਹ ਸਾਰੀਆਂ ਜਿਹੜੀਆਂ ਹੈਗੀਆਂ ਜੂਨਾਂ ਜਿਹੜੀਆਂ ਲੰਘਣੀਆਂ ਪੈਂਦੀਆਂ। ਜਾਕੋ ਸਿਮਰ ਅਜਾਮਲ ਉਦਰਿਓ ਗਨ ਕਾ ਹੂੰ ਗਤ ਪਾਈ। ਕਹਿੰਦੇ ਗਨਕਾ ਦੇਖ ਲਓ ਜਿਹੜੀ ਵੈਸ਼ਿਆ ਸੀਗੀ ਉਹ ਵੀ ਜਿਹੜੀ ਹੈਗੀ ਆ ਉਸ ਮਾਲਕ ਪਰਮਾਤਮਾ ਨੂੰ ਯਾਦ ਕਰਨ ਦੇ ਨਾਲ ਤੋਤੇ ਤੋਂ ਜਿਹੜਾ ਹੈਗਾ ਉਹ ਰਿਸ਼ੀ ਦਾ ਤੋਤਾ ਸੀਗਾ, ਉਸ ਚੋਂ ਜਿਹੜਾ ਹੈਗਾ ਉਹਨੇ ਪਰਮੇਸ਼ਰ ਨੂੰ ਰਾਮ ਨੂੰ ਪੁਕਾਰਨਾ ਸ਼ੁਰੂ ਕੀਤਾ ਔਰ ਮਾਲਕ ਦੇ ਨਾਲ ਜਿਹੜੀ ਹੈਗੀ ਇੱਕ ਮਿਕ ਹੋ ਗਈ। ਅਜਾਮਲ ਨਾਰਾਇਣ ਬੋਲਦਾ ਸੀਗਾ, ਮਾਲਕ ਦਾ ਨਾਮ ਬੋਲਦੇ ਬੋਲਦੇ ਉਹਦੀ ਵੀ ਸੁਰਤ ਟਿਕ ਗਈ। ਮਾਇਆ ਜਿਹੜੀ ਹੈਗੀ, ਮਾਇਆ ਦੇ ਵਿਚਾਰ ਜਿਹੜੇ ਹੈਗੇ ਉਹ ਘਟ ਗਏ, ਖਤਮ ਹੋ ਗਏ ਔਰ ਉਹ ਪਰਲੇ ਕਿਨਾਰੇ ਪਹੁੰਚ ਗਏ। ਜਾਂ ਕੋ ਸਿਮਰ ਅਜਾਮਲ ਉਦਰਿਓ ਗਨ ਕਾ ਹੂੰ ਗਤ ਪਾਈ। ਇਹ ਕਿਉਂ ਮਹਾਰਾਜ ਜਿਹੜੇ ਐਗਜ਼ਾਮਪਲ ਦੇ ਰਹੇ ਆਪਾਂ ਨੂੰ ਜਿਹੜੇ ਹੈਗੇ ਉਤਸ਼ਾਹਿਤ ਕਰਨ ਵਾਸਤੇ ਦੇ ਰਹੇ ਕਿ ਆਪਾਂ ਵੀ ਜਿਹੜਾ ਹੈਗਾ ਇਹ ਸੁਖਦਾਈ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਇਸ ਪਾਸੇ ਨੂੰ ਚੱਲੀਏ। ਰਹਾਓ ਕਹਿੰਦੇ ਤੂੰ ਇਹ ਵਿਚਾਰ ਛੱਡ ਵੀ ਤੂੰ ਕਿਹੋ ਜਿਹਾ। ਜੇ ਤੂੰ ਇਹਨਾਂ ਵਿਚਾਰਾਂ 'ਚ ਉਲਝਿਆ ਰਿਹਾ ਨਾ ਵੀ ਮੈਂ ਤਾਂ ਪਾਪੀ ਆ, ਤੇ ਉਹ ਕਹਿੰਦੇ ਫੇਰ ਨਹੀਂ ਤੇਰੇ ਤੋਂ ਲੰਘਿਆ ਜਾਣਾ। ਜੇ ਤੂੰ ਇਹਨਾਂ ਨੂੰ ਛੱਡ ਦੇਂਗਾ ਨਾ ਵੀ ਜਿਹੇ ਜਿਹਾ ਵੀ ਹਾਂ ਲਿਬੜਿਆ ਤਿਬੜਿਆ ਮਾਲਕਾ ਮੈਂ ਤੇਰੀ ਸ਼ਰਨ 'ਚ ਆ, ਤੇਰੀ ਸ਼ਰਨ 'ਚ ਆ, ਬਸ ਉੱਥੇ ਹੀ ਖਿੱਚ ਲੈਣਾ। ਬਿਲਕੁਲ ਠੀਕ ਹੈ ਜੀ। ਬਸ ਆਪਾਂ ਜਿਹੜੇ ਹੈਗੇ ਸ਼ੁਰੂ ਕਰੀਏ, ਲੱਗੀਏ ਇਸ ਪਾਸੇ ਜਿਹੜਾ ਹੈਗਾ ਆਪਾਂ ਇਹ ਸਟਾਰਟ ਤਾਂ ਕਰੀਏ ਨਾ ਆਪਣੇ ਜੀਵਨ ਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਜਿਹੜਾ ਜਿਹਨੇ ਸੁਖੀ ਕਰਨਾ ਹੈ ਉਹਦੇ ਵੱਲ ਨੂੰ ਜਿਹੜਾ ਹੈਗਾ ਆਪਾਂ ਉਹਦੀ ਮਦਦ ਜਿਹੜੀ ਹੈਗੀ ਉਹਨੂੰ ਪੁਕਾਰੀਏ ਤਾਂ ਸਹੀ ਨਾ। ਉਸੇ ਨੇ ਤਾਂ ਜਿਹੜੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸਾਰੀ ਗੇਮ ਪਾਈ ਹੋਈ ਹੈ ਮਾਲਕ ਨੇ। ਤੇ ਆਪਾਂ ਕਹੀਏ ਤਾਂ ਸਹੀ ਨਾ ਵੀ ਮਾਲਕਾ ਮੈਂ ਜਿਹੜਾ ਹੈਗਾ ਸੁਖੀ ਹੋਣਾ ਚਾਹੁੰਦਾ ਹੈ, ਮੈਂ ਜਿਹੜਾ ਹੈਗਾ ਇਹ ਮੈਂ ਤੈਨੂੰ ਚਾਹੁੰਦਾ ਹੈਗਾ। पंचाल रहाओ पंचाली को राज सभा में राम नाम सुध आई। ਕਹਿੰਦੇ ਦੇਖੋ ਰਾਜ ਸਭਾ ਦੇ ਵਿੱਚ ਦੁਰਯੋਧਨ ਦੀ ਸਭਾ ਦੇ ਵਿੱਚ ਜਿਹੜਾ ਹੈਗਾ ਉਹਦੇ ਕੱਪੜੇ ਲਾ ਰਹੇ ਸੀਗੇ ਤੇ ਦ੍ਰੋਪਦੀ ਦੇ, ਤੇ ਕਹਿੰਦੇ ਉਹਨੂੰ
ਰਾਮ ਨਾਮ ਦੀ ਸੁੱਧ ਆ ਗਈ। ਉਹ ਮਾਲਕ ਪਰਮਾਤਮਾ ਦਾ ਧਿਆਨ ਆ ਗਿਆ ਵੀ ਮਾਲਕਾ ਮੇਰੀ ਲਾਜ ਰੱਖ। ਤਾਂ ਕੋ ਦੁੱਖ ਹਰਿਓ ਕਰੁਣਾ ਮੈਂ ਆਪਣੀ ਪੈਜ ਵਢਾਈ। ਇੱਥੇ ਦੇਖੋ ਕਿਹਨੂੰ ਪੁਕਾਰਿਆ ਸੀਗਾ, ਰਾਮ ਨਾਮ ਸੁਧ ਆਈ। ਇੱਥੇ ਤਾਂ ਨਹੀਂ ਲਿਖਿਆ ਵੀ ਕ੍ਰਿਸ਼ਨ ਜੀ ਨੂੰ ਪੁਕਾਰਿਆ ਸੀ ਉਹਨੇ। ਪੰਚਾਲੀ ਕੋ ਰਾਜ ਸਭਾ ਮੇਂ ਰਾਮ ਨਾਮ ਸੁਧ ਆਈ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਨਾ ਸੌਰੀ नौवीं पातशाही लेटेस्ट। पंचाली को राज सभा में राम नाम सुध आई, ताको दुख हरियो करुणा में अपनी पैज बढ़ाई। कहते ਉਹਦਾ दुख उस दयालु परमात्मा ने, करुणा में मतलब दयालु, उस दयालु मालक परमात्मा ने ਉਹਦਾ दुख ਜਿਹੜਾ ਹੈਗਾ दूर कर दिता, हर लिया ਉਹਦਾ दुख। ਔਰ ਆਪਣੀ ਪੈਜ ਮਾਲਕ ਦੇ, ਆਪਣਾ ਵੱਡਾਪਨ ਮਾਲਕ ਦਾ ਜਿਹੜਾ ਹੈਗਾ ਉਹ ਦੁਨੀਆ ਦੇ ਵਿੱਚ ਜਿਹੜਾ ਹੈਗਾ ਦੁਨੀਆ ਦੇ ਵਿੱਚ ਪ੍ਰਗਟ ਕਰ ਦਿੱਤਾ। ਬਈ ਲੋਕੀ ਜਿਹੜੇ ਹੈਗੇ ਉਹ ਵੀ ਜਿਹੜੇ ਹੈਗੇ ਇਸ ਪਾਸੇ ਨੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕਿਹੋ ਜਿਹਾ ਵੀ ਇਨਸਾਨ ਹੋਏ ਅਤੇ ਮਾਲਕ ਦੇ ਅੱਗੇ ਪੁਕਾਰ ਕਰੇ ਔਰ ਮਾਲਕ ਜ਼ਰੂਰ ਜਿਹੜਾ ਹੈ ਬੌੜਦਾ ਹੈ। ਜੇ ਨਰ ਜਸ ਕਿਰਪਾ ਨਿਧ ਗਾਇਓ ਤਾਕੋ ਪਇਓ ਸਹਾਈ। ਜਿਸਨੇ ਵੀ ਇਨਸਾਨ ਦੇ ਜਾਮੇ ਦੇ ਵਿੱਚ, ਕਿਉਂਕਿ ਇਹ ਜਿਹੜੀ ਹੈਗੀ ਆ, ਇਹ ਭਗਤੀ ਜਿਹੜੀ ਹੈਗੀ, ਇਹ ਮਾਲਕ ਪਰਮਾਤਮਾ ਦੀ ਸੋਝੀ ਜਿਹੜੀ ਹੈਗੀ, ਇਹ ਜਿਹੜੀ ਹੈਗੀ ਸਪਿਰਚੁਅਲ ਡਾਇਮੈਂਸ਼ਨ ਇਨਸਾਨ ਦੇ ਜਾਮੇ 'ਚ ਹੀ ਹੁੰਦਾ ਹੈ। 84 ਲੱਖ ਜੂਨਾਂ ਦੇ ਵਿੱਚ ਇਹ ਚੀਜ਼ ਨਹੀਂ ਹੋ ਸਕਦੀ। ਔਰ ਦੇਖੋ ਜਦ ਆਖਰੀ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਕਾਲ ਫਾਸ ਜਬ ਗਰ ਭਰੀ, ਗਲ ਦੇ ਵਿੱਚ ਮਿਲ ਲਈ ਉਹਨੇ ਤੇ ਸੁਧ ਸਭ ਵਿਸਰਾਈ। ਉਹਨੇ ਆਪਣੀ ਜਿਹੜੀ ਸੈਂਸਿਸ ਖਤਮ ਕਰ ਦੇਣੇ ਆ ਭਾਈ, ਸੈਂਸਿਸ ਚਲੇ ਜਾਣੇ ਆਪਾਂ ਨਹੀਂ ਕੁਛ ਕਰ ਪਾਵਾਂਗੇ ਉਸ ਟਾਈਮ। ਜੇ ਨਰ ਜਸ ਕਿਰਪਾ ਨਿਧ ਗਾਇਓ ਤਾਕੋ ਪਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨਸਰ ਨਾਈ। ਕਹਿੰਦੇ ਮੈਨੂੰ ਆ ਭਰੋਸਾ ਹੋ ਗਿਆ ਭਾਈ, ਮੈਨੂੰ ਆ ਭਰੋਸਾ ਹੋ ਗਿਆ, ਇਸ ਕਰਕੇ ਮੈਂ ਉਹ ਮਾਲਕ ਪਰਮਾਤਮਾ ਦੀ ਸ਼ਰਨ ਫੜ ਲਈ। ਮੈਂ ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ, ਮੈਂ ਮਾਲਕ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ ਗਿਆ। ਕਹੋ ਨਾਨਕ ਮੈਂ ਇਹੀ ਭਰੋਸਾ, ਇਸੇ ਭਰੋਸੇ ਦੇ ਨਾਲ ਆ ਸਾਰਾ ਜਿਹੜਾ ਹੈਗਾ ਜਦ ਮੈਂ ਦੇਖਿਆ ਤੇ ਮੈਨੂੰ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਬੜਾ ਉਤਸ਼ਾਹ ਆ ਗਿਆ ਔਰ ਜਿਹੜਾ ਹੈਗਾ ਮੈਂ ਉਹ ਮਾਲਕ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ, ਮਾਲਕ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ ਗਿਆ। 24 ਘੰਟੇ ਦੇ ਵਿੱਚ ਮਾਲਕ ਦਾ ਵੀ ਧਿਆਨ ਸ਼ੁਰੂ ਕਰ ਦਿੱਤਾ। ਆ ਜੀ ਪਹਿਲਾ ਸ਼ਬਦ ਸੀਗਾ। ਦੂਸਰਾ 3 ਸ਼ਬਦ ਹੈਗੇ 9ਵੀਂ ਪਾਤਸ਼ਾਹੀ ਦੇ ਇਸ ਰਾਗ ਦੇ ਵਿੱਚ। ਮਾਰੂ ਮਹੱਲਾ 9ਵਾਂ। ਅਬ ਮੈਂ ਕਹਾਂ ਕਰੋ ਰੀ ਮਾਈ। ਹੁਣ ਦੇਖੋ ਆਖਰੀ ਦੇ ਵਿੱਚ ਜਿਹੜਾ ਹੈਗਾ ਹੁਣ ਜਿਹੜੀ ਮੌਤ ਜਿਹੜੀ ਹੈਗੀ, ਮੌਤ ਨੇ ਫਾਹੀ ਪਾ ਲਈ ਗਲ ਦੇ ਵਿੱਚ। ਹੁਣ ਕਹਿੰਦੇ ਹੁਣ ਕੀ ਮੈਂ ਕਰਾਂ ਦੱਸੋ, ਹੁਣ ਮੈਂ ਕੀ ਕਰਾਂ। ਮਾਈ ਮਤਲਬ ਜਿਹੜਾ ਹੈਗਾ ਪੁਕਾਰ ਕਰ ਰਿਹਾ ਵੀ ਮਾਂ ਹੁਣ ਮੈਂ ਦੱਸ ਮੈਂ ਕੀ ਕਰਾਂ। ਜਦ ਇਨਸਾਨ ਔਖਾ ਹੁੰਦਾ ਹੈ ਮਾਂ ਨੂੰ ਪੁਕਾਰਦਾ ਹੈ। ਅਬ ਮੈਂ ਕਹਾਂ ਕਰੋ ਰੀ ਮਾਈ, ਮੈਂ ਹੁਣ ਕੀ ਕਰਾਂ, ਇਹ ਮੇਰੀ ਮਾਂ ਦੱਸ ਮੈਂ ਹੁਣ ਕੀ ਕਰਾਂ। ਸਗਲ ਜਨਮ ਕੀ ਪ੍ਰੋਬਲਮ ਹੈ, ਸਗਲ ਜਨਮ ਬਿਖਿਆਨ ਸਿਉ ਖੋਇਆ, ਸਿਮਰਿਓ ਨਾਹੇ ਕਨਹਾਈ ਰਹਾਓ। ਇਹ ਹਾਹਾ ਜਿਹੜਾ ਇੱਕ ਨੰਨੇ ਦੇ ਪੈਰ 'ਚ ਹੈ, ਮਾੜਾ ਜਿਹਾ ਹਾਹਾ। ਕਹਿੰਦੇ ਸਾਰਾ ਜਨਮ ਮੈਂ ਜਿਹੜਾ ਹੈਗਾ ਸਵਾਦਾਂ ਦੇ ਵਿੱਚ ਇਹ ਵਿਖਿਆ ਜੋ ਮਾਲਕ ਨੇ ਖਿਲਾਰੀ ਹੈ, ਚੋਗਾ ਖਿਲਾਰਿਆ ਹੋਇਆ ਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਪਦਾਰਥ, ਇਹਨਾਂ ਦੇ ਵਿੱਚ ਹੀ ਸਾਰਾ ਜਨਮ ਗਵਾ ਦਿੱਤਾ, ਮਨੁੱਖੀ ਜੂਨ ਗਵਾ ਦਿੱਤੀ। ਉਹ ਮਾਲਕ ਨੂੰ ਆਪਣੇ ਜੀਵਨ ਦੇ ਵਿੱਚ, ਆਪਣੇ ਰੂਟੀਨ ਦੇ ਵਿੱਚ ਨਹੀਂ ਲੈ ਕੇ ਆਇਆ। ਸਿਮਰਿਓ ਨਾਹੇ ਕਨਹਾਈ, ਕਨਹਾਈ ਦਾ ਮਤਲਬ ਆ ਉਹ ਮਾਲਕ ਪਰਮਾਤਮਾ। ਉਸ ਮਾਲਕ ਪਰਮਾਤਮਾ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਨਹੀਂ ਲਿਆਇਆ ਪਾਏ। ਇੱਥੇ ਕਨਹਾਈ ਦਾ ਮਤਲਬ ਜਿਹੜਾ ਹੈਗੇ ਉਹ ਸ਼੍ਰੀ ਕ੍ਰਿਸ਼ਨ ਕਨਈਆ, ਉਹਨੂੰ ਉਹ ਨਹੀਂ ਲੈਣਾ ਜੀ। ਇਹ ਜੋ ਮਾਲਕ ਪਰਮਾਤਮਾ ਜਿਹਨੇ ਉਹ ਸ਼੍ਰੀ ਕ੍ਰਿਸ਼ਨ ਜੀ ਨੂੰ ਬਣਾਇਆ, ਉਹਨਾਂ ਦੀ ਗੱਲ ਹੋ ਰਹੀ ਹੈ। ਅਬ ਮੈਂ
कहाँ करो री माई सगल जन्म विखियन स्यों खोया। सगल जन्म देखो सारा जन्म कहते मैं इस तरह ही गवा दिता। ਆਪਾਂ ਵੀ ਦੇਖੀਏ ਆਪਾਂ ਵੀ ਜਿਹੜਾ ਹੈਗਾ ਐਟਲੀਸਟ ਜਿਹੜਾ ਹੈਗਾ ਆ ਨੌਵੀਂ ਪਾਤਸ਼ਾਹੀ ਦੇ ਸ਼ਬਦ ਸੁਣ ਕੇ ਜਿਹੜਾ ਹੈਗਾ ਆਪਣੇ ਅੰਦਰ ਵੀ ਜਿਹੜਾ ਹੈਗਾ ਆਪਾਂ ਨੂੰ ਝਾਤੀ ਮਾਰਨ ਦੀ ਆਈ ਹੈ ਵੀ ਅਸੀਂ ਕੀ ਕਰ ਰਹੇ ਹਾਂ, ਕਿਤੇ ਮੈਂ ਵੀ ਤਾਂ ਨਹੀਂ ਆਪਣਾ ਜਨਮ ਗਵਾ ਰਿਹਾ ਜਾਂ ਗਵਾ ਰਹੀ। अब मैं कहाँ करो री माई आ चीज़ आ जानी है। देखो आखिरी टाइम जद आ पछतावा रह जाना इंसान दे कोल, फिर कुछ नहीं कर पाएगा। अब मैं कहाँ करो री माई सगल जन्म विखियन से खोया, सिमरियो नाहे कन्हाई रहाओ। काल फास जब घर में मेली ते सुध सब बिसराए। काल ने फाही पाती, हुण जिहड़ा खत्म, बस दी एंड। सारी दी सारी सेंसिस सुध सब बिसराई। सारी सेंसिस जिहड़ियां हैगियां खोलियां। हुण ध्यान सिमरन, हुण कुछ नहीं हो सकदा। इस टाइम कुछ नहीं हो सकदा। गया जन्म खत्म, पछतावा रह गया बस। काल फास जब घर में मेली ते सुध सब बिसराई। सुध केड़ी बिसराई? बस सेंसिस खोलियां उन्हें। ਇਹ ਮਨੁੱਖਾ ਸਰੀਰ ਦੇ ਵਿੱਚ ਜਿਹੜਾ ਕੰਮ ਕਰਨ ਵਾਸਤੇ ਆਏ ਸੀ ਉਹ ਕੰਮ ਹੁਣ ਨਹੀਂ ਹੋ ਸਕਦਾ। ਹੁਣ ਦੁਨੀਆ ਦੇ ਪਦਾਰਥ ਵੀ ਨਹੀਂ ਭੋਗ ਸਕਦੇ ਆਪਾਂ, ਕਿਉਂਕਿ ਸੈਂਸਿਸ ਹੀ ਹੈ। ਸੈਂਸਿਸ ਦੇ ਦੁਆਰਾ ਤਾਂ ਭੋਗ ਰਹੇ ਸੀ ਸਾਰੇ। काल फास जब घर में मेली तेह सुध सब बिसराई। राम नाम बिन या संकट में को अब होत सहाय। ਕਹਿੰਦੇ ਦੇਖੋ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਜੇ ਬੀਜਿਆ ਹੁੰਦਾ, ਜੇ ਨਾਮ ਧਿਆਨ ਕੀਤਾ ਹੁੰਦਾ, ਮਾਲਕ ਨੂੰ ਯਾਦ ਕੀਤਾ ਹੁੰਦਾ ਤੇ ਇਸ ਟਾਈਮ ਜਿਹੜਾ ਹੈਗਾ ਬਚ ਜਾਣਾ ਸੀਗਾ। ਹੁਣ ਕਹਿੰਦੇ ਆ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੁਣ ਕਿਹਨੇ ਮੇਰੀ ਸਹਾਇਤਾ ਕਰਨੀ ਆ? ਹੁਣ ਤਾਂ ਗਿਆ ਜਨਮ, ਹੁਣ ਨਹੀਂ ਕੁਛ ਹੋ ਸਕਦਾ, ਹੁਣ ਨਹੀਂ ਕੁਛ ਹੋ ਸਕਦਾ। ਜੋ ਸੰਪਤ ਆਪਣੀ ਕਰਮਾਨੀ ਛਿਨ ਮੈਂ ਪਈ ਪਰਾਈ। ਦੇਖ ਲਓ ਸਾਰਾ ਕੁਛ, ਜੋ ਕੁਛ ਵੀ ਦੁਨੀਆ ਦੇ ਵਿੱਚ, ਜੋ ਵੀ ਆਕਾਰ ਦੇ ਵਿੱਚ, ਜੋ ਵੀ ਸੰਸਾਰ ਦੇ ਵਿੱਚ, ਜਿਹੜਾ ਵੀ ਆਪਣਾ ਸਰੀਰ ਇਨਕਲੂਡਿੰਗ ਆਪਣੀ ਬਾਡੀ, ਸਾਰਾ ਕੁਛ ਜਿਹੜਾ ਵੀ ਆਪਣਾ ਮੰਨ ਕੇ ਮੰਨਿਆ ਸੀ, ਆਪਣਾ ਸਮਝਦਾ ਸੀਗਾ, ਇੱਕ ਸੈਕਿੰਡ ਦੇ ਵਿੱਚ ਪਰਾਇਆ ਹੋ ਗਿਆ। ਜੋ ਸੰਪਤ ਆਪਣੀ ਕਰਮਾਨੀ ਛਿਨਮੋ ਪਈ ਪਰਾਈ। ਆ ਦੇਖ ਲਓ ਭਾਈ, ਬਿਲਕੁਲ ਹੁਣ ਨਹੀਂ ਕੁਛ ਹੋ ਸਕਦਾ। ਕਹੋ ਨਾਨਕ यह सोच रही मने हर जस कभू ना गाई। आ पछतावा भी कदी भी मैं जिहड़ा हैगा 80 90 70 जिन्ने साल हो गए मैं परमेश्वर दा जस कदी गाया ही नहीं। भी थोड़ा बहुत भी तो हुंदा इस टाइम। कहो नानक यह सोच रही मने हर जस कभू ना गाई। ਇਹ ਨਾ ਇੱਥੇ ਨਾ ਇੱਕ ਜਿਹੜਾ ਹੈਗਾ ਪਲੀਜ਼, ਇਹ ਜਿਹੜਾ ਨਾ ਮੈਨੂੰ ਰਾਮ ਨਾਮ ਬਿਨ ਯਾ ਸੰਕਟ ਮੈਂ ਲਿਖਿਆ ਹੋਇਆ ਇੱਥੇ, ਮੈਂ ਨਹੀਂ ਹੋਣਾ ਚਾਹੀਦਾ, ਮੈਂ ਹੋਣਾ ਚਾਹੀਦਾ ਹੈ। ਇਹ ਮੇਰੀ ਐਪ 'ਚ ਮੈਂ ਹੈਗਾ ਜੀ। ਇੱਕ ਸੈਕਿੰਡ, ਇਹ ਸੀਗਾ अंग देखना पड़ेगा जी। ये 10/1008। एक सेकंड जी मैं चेक कर ला। मैं लिखा जी मम्मा चाहे हाँ बस 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 बिल्कुल जी, मैं इत्थे भी करना क्योंकि मैनू ना गलत लग रहा सीगा। हाँ ਯਸ ਹਾਂਜੀ ਆ ਹੈਗਾ ਜੀ, ਬਿਲਕੁਲ ਠੀਕ ਆ। ਮੈਂ ਦੂਸਰੀ ਐਪ ਤੋਂ ਲਿਆ, ਗੁਰਬਾਣੀ ਮੋਬਾਈਲ ਤੋਂ ਲਿਆ ਸ਼ਬਦ, ਅਤੇ ਉੱਥੇ ਮੈਂ ਲਿਖਿਆ ਹੋਇਆ ਹੈ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ। ਕਿਹੜਾ ਮੇਰੀ ਸਹਾਇਤਾ ਕਰ ਸਕਦਾ ਹੈ ਭਾਈ? ਇਹ ਜੋ ਸੰਪਤ ਆਪਣੀ ਕਰਮਾਨੀ ਛਿਨ ਮੈਂ ਪਈ ਪਰਾਈ। ਕਹੋ ਨਾਨਕ ਯਹ ਸੋਚ ਰਹੀ ਮਨੇ ਹਰ ਜਸ ਕਭੂ ਨਾ ਗਾਈ। ਕਹਿੰਦੇ ਮਨ ਦੇ ਵਿੱਚ ਆ ਸੋਚ ਹੀ ਰਹਿ ਗਈ ਭਾਈ ਬਈ ਮੈਂ ਜਸ ਜਿਹੜਾ ਹੈਗਾ, ਮੈਂ ਕਦੀ ਭਗਤੀ ਜਿਹੜੀ ਹੈਗੀ ਮਾਲਕ ਨੂੰ ਯਾਦ ਹੀ ਨਹੀਂ ਕੀਤਾ। ਹਾਂ ਵਾਪਸ ਮੈਂ ਇਹਨੂੰ ਐਪ ਨੂੰ ਹਟਾ ਦਾਂ।
तीसरा शब्द मारू महला नौवां, माई मैं मन को मान ना त्याग्यो। माई मैं मन को मान ना त्याग्यो। ये मन का मान की हैगा? मन का मान हैगा मन की मत। बस जो मन कह रहा है मैं अपने मन तो अलावा, कहते ना बई मैनू, मैं नहीं मनता किसी की गल, मैनू ना शिक्षा दो। बस माई मैं मन को मान ना त्याग्यो। देखो आखिरी शब्द तीसरी नौवीं पातशाही का तीसरा शब्द हैगा, की कह रहा भाई भी मन का मान छड़ दे, छड़ दे, छड़ दे, इन्हें डुबो देना तेरे मन ने। माई मैं मन को मान ना त्याग्यो, ये मन मत छड़ दे। माई मैं मन को मान ना त्याग्यो, माया के मद जन्म सिरायो, राम भजन नहीं लाग्यो। इन्हें लगन ही नहीं देना, भगती करनी नहीं देनी। ये ऐसा माया का नशा चढ़िया होया है इसनू मन नू। जन्म तेरा तेरा सिर रहा है, डुब रहा है। आ देखो बाणी जिहड़ी हैगी आ, ये पहला शब्द लगाया महाराज ने दसिया परमेश्वर का नाम, दूसरा शब्द लगाया बई ਉਹਦੇ बगैर ਜਿਹੜਾ ਹੈਗਾ आखिरी ਦੇ ਵਿੱਚ जद मालक ने ਜਿਹੜਾ ਹੈਗਾ ਤੇ ਤੇਰੇ ਕੋਲੋਂ ਜਿਹੜਾ ਹੈਗਾ ਕਾਲ ਨੇ ਜਿਹੜਾ ਹੈਗਾ ਫਾਹੀ ਪਾ ਦਿੱਤੀ, ਤੇਰੀ ਤੇਰੇ ਸੈਂਸਸ ਖਤਮ ਹੋ ਜਾਣੇ ਆ। ਤੇ ਹੁਣ ਜਿਹੜਾ ਹੈਗਾ ਤੀਸਰਾ ਸ਼ਬਦ ਲਗਾ ਰਿਹਾ ਵੀ ਹਾਲੇ ਹੁਣ ਚਾਂਸ ਹੈਗਾ ਤੇਰੇ ਕੋਲ, ਦੇਖ ਲਾ ਮੈਂ ਦੋਨੋਂ ਦੱਸਤੇ ਤੈਨੂੰ ਰਸਤੇ। ਤੇ ਹੁਣ ਜਿਹੜਾ ਹੈਗਾ ਤੂੰ ਆ ਮਨ ਨੂੰ ਆਪਣੇ ਨੂੰ ਮਨਾ ਲਾ ਪਤੰਦਰ ਨੂੰ। माई मैं मन को मान ना त्याग्यो, माया के मद जन्म सिरायो, राम भजन नहीं लाग्यो। हाले तक देख ला तेरा जन्म सिर गया, तेरा तेरे तेरा जिहड़ा हैगा कोई आउटपुट नहीं हैगी, तेरे जीवन का कोई प्रयोजन नहीं हैगा। तेरे जिहड़े हैगे खट्टी कुछ भी नहीं हैगी तेरे कोल। तैनू मालक ने जिस काम भेजा वो काम तू नहीं कीता। तेरी थैली दे विच कुछ नहीं हैगा, खाली हैगी, अवगुण हैगे आ। माया के मत जन्म सिरायो, सिरायो मतलब कि डुब गया, खत्म, कुछ नहीं किया। राम भजन नहीं लाग्यो, लग्या ही नहीं तू हाले, तू इस पासे ही नहीं लग्या। देखो जद तक अपना मन नहीं मनेगा आपां किवें जिहड़ा हैगा इस पासे लग सकते हैं। और मन तां मनेगा जे मन अपनी हटी छड्डेगा ते मान त्यागेगा ते। माई मैं मन को मान ना त्याग्यो, माया के मद जन्म सिरायो, राम भजन नहीं लाग्यो। कहते हाले तक तो मैं लग्या नहीं है, पता नहीं किन्ना हैगा अगे। रहो जम को दंड परयो सिरी ऊपर, तब सोवत तैं जाग्यो। कहते नहीं मनदा ना मना मेरिया, ते हुण जद जम दा डंड सिर ते पैना आ, जद उन्हें गल दे विच फाही पा के तेरी सुरत बिसरा देनी है सेंसिस, ते उदों फिर जागेगा तू। कहा होत अब के पछताए, छूटत नाहिन भाग्यो। कहते हुण फिर पछता के फिर तेरा तू दस की कर सकेगा उस टाइम की करेगा। ना किते भज सकदा है, ना छुट सकदा है, आ डुब जाएगा तेरा जहाज डुब गया 84 लाख जूना दे विच। हाले चांस हैगा, हाले भी तेरे कोल हैगा चांस। ये मन दा मान त्याग दे, हाले भी गुरु दी मत लै ला। कहाँ होत अब के पछताए, छूटत नाहिन भाग्यो। यह चिंता उपजी घट में, जब गुर चरणन अनुराग्यो। लो आ देखो आगे हुण आपां जिस जंक्शन ते हैगे आ सारे बैठी संगत सुन रही आ। यह चिंता उपजी अपने अंदर है, विचार आना चाहिए भाई। आपां नूं चिंता फिक्र होनी चाहिए है भाई, मेरा देखा मैं, मेरा की हाल है भाई। ये गुरु दे चरण, अज गुरु दे चरण हैगे, आ गुरु दी मत हैगी। आ 9वीं पातशाही जिहड़ी बोल रही है लेटेस्ट, वो आ क्वेश्चन कर रहे भाई देख तेरे अंदर चिंता आ रही, ते तैनू है कुछ, तू कित्थे बैठा है, तू की कर रहा है, तेरा जीवन किधर नूं जा रहा, तेरे बटूए च की हैगा। यह चिंता उपजी घट में, जेड़े आ चिंता जिन्हां दे घट दे विच पैदा हो गई वो तो जित जाणगे गेम नूं। जे आ गुरु दी मत जिहड़ी हैगी अपने अंदर आ सोच नहीं पैदा कर सकी, ते फिर तां अपना जिहड़ा हैगा इत्थे जिहड़ा हैगा
ਆ ਜਿਹੜਾ ਹੈਗਾ ਵਿਚਾਰ ਦਾ ਕੋਈ ਮਕਸਦ ਹੀ ਨਹੀਂ ਰਹਿ ਗਿਆ। ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨੁਰਾਗਿਓ। ਕਹਿੰਦੇ ਜੇ ਤੂੰ ਗੁਰੂ ਦੀ ਗੱਲ ਅਨੁਰਾਗ ਦੇ ਨਾਲ, ਪਿਆਰ ਦੇ ਨਾਲ, ਇਸ ਦੇ ਉੱਤੇ ਜੇ ਤੂੰ ਇਸ ਜਗ੍ਹਾ ਤੇ ਬੈਠ ਕੇ ਵੀ ਤੇਰੇ ਵਿਚਾਰ ਕਿਤੇ ਹੋਰ ਘੁੰਮ ਰਹੇ ਆ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ, ਫਿਰ ਤਾਂ ਗੱਲ ਬਣਨੀ ਨਹੀਂ ਮਿੱਤਰਾ। ਜੇ ਗੁਰੂ ਦੇ ਨਾਲ ਪਿਆਰ ਹੈਗਾ, ਜੇ ਗੁਰੂ ਦੇ ਚਰਨਾਂ ਦੇ ਨਾਲ, ਆ ਗੁਰੂ ਦੀ ਮੱਤ ਦੇ ਨਾਲ, ਜੇ ਇਹਨੂੰ ਧਿਆਨ ਦੇ ਨਾਲ ਸੁਣ ਰਿਹਾ, ਤੇਰੇ ਅੰਦਰ ਵੜ ਰਹੀ ਹੈ, ਤੇਰੇ ਹਿਰਦੇ 'ਚ ਪਹੁੰਚ ਰਹੀ ਹੈ, ਤੇ ਗੱਲ ਬਣ ਜਾਏਗੀ। ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨੁਰਾਗਿਓ। ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਭਾਗਿਓ। ਸੁਫਲ, ਫਲਦਾਇਕ ਜਨਮ ਮਨੁੱਖੀ ਜੂਨ ਉਸੇ ਵੇਲੇ ਹੋ ਜਾਣੀ ਆ ਜੇ ਆਪਾਂ ਸ਼ਿਫਟ ਹੋ ਜਾਈਏ, ਜੇ ਮਨ ਦਾ ਮਾਨ ਤਿਆਗਣਾ ਸ਼ੁਰੂ ਕਰੀਏ, ਮਨ ਦੀ ਮੱਤ ਛੱਡਣੀ ਸ਼ੁਰੂ ਕਰ ਦਈਏ ਔਰ ਪਰਮੇਸ਼ਰ ਦੀ ਭਗਤੀ, ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰ ਦਈਏ। ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਭਾਗਿਓ। ਹਾਲੇ ਵੀ ਜਿਹੜਾ ਹੈਗਾ ਆਪਸ਼ਨ ਆਪਣੇ ਕੋਲ ਹੈਗਾ। ਆ ਬਾਣੀ ਨੇ, ਮਹਾਰਾਜ ਨੇ, 9ਵੀਂ ਪਾਤਸ਼ਾਹੀ ਨੇ ਜਿਹੜਾ ਹੈਗਾ ਆ ਪੂਰਾ ਦਾ ਪੂਰਾ ਖੁਲਾਸਾ ਕਰ ਦਿੱਤਾ ਭਾਈ 3 ਸ਼ਬਦਾਂ ਦੇ ਵਿੱਚ। ਮਾਰੂ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਅਸ਼ਟਪਦੀਆਂ ਸ਼ੁਰੂ ਹੋ ਰਹੀਆਂ, 8 ਪਦੇ ਹੈਗੇ, ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਜਿਹੜਾ ਹੈਗਾ। ਇਹ ਜਿੱਥੇ ਗਿਆਨ ਦੀ ਹੋਰ ਲੋੜ ਆ ਉੱਥੇ ਪਦੇ ਜਿਹੜੇ ਹੈਗੇ 8 ਦੇ 11 ਵੀ ਹੋ ਜਾਂਦੇ, ਭਾਈ 13 ਵੀ ਹੋ ਜਾਂਦੇ। ਮਾਰੂ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਸੀਂ 1008 ਤੇ ਹੈਗੇ ਜੀ, ਨਵੇਂ ਆਏ ਜਿਹੜੇ 1008 ਤੇ 9 ਤੇ ਜਾਏਗਾ ਸ਼ਬਦ ਪਹਿਲੀ ਪਾਤਸ਼ਾਹੀ ਦਾ। ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ। ਬਹੁਤ 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 ਬਿਲਕੁਲ ਜਿਹੜਾ ਹੈਗਾ ਨਾ ਐਸਾ ਗਿਆਨ ਦੇ ਰਹੇ ਮਹਾਰਾਜ ਜਿਹੜੇ ਹੈਗੇ। ਆ ਜਿਹੜੇ ਮਹਾਰਾਜ ਦੀ ਪਹਿਲੀ ਪਾਤਸ਼ਾਹੀ ਦੇ ਜੇ ਆਪਾਂ ਬੋਲ ਜਿਹੜੇ ਹੈਗੇ ਇਹਨਾਂ ਨੂੰ ਆਪਣੇ ਅੰਦਰ ਘਟਾ ਲਾਂਗੇ, ਇਹਨਾਂ ਨੂੰ ਲੈ ਲਾਂਗੇ, ਜੀਵਨ ਪਲਟ ਜਾਏਗਾ ਭਾਈ। ਵੇਦ ਪੁਰਾਣ ਕਥੇ ਸੁਣੇ ਹਾਰੇ। ਕਹਿੰਦੇ ਦੇਖ ਇਹ ਗਿਆਨ ਜਿਹੜਾ ਹੈਗਾ, ਇਹ ਗਿਆਨ ਤੂੰ ਲੈ ਰਿਹਾ, ਇਹਨੂੰ ਪਾਠ ਕਰ ਰਿਹਾ ਆ, ਪੜ੍ਹ ਰਿਹਾ ਇਹਨੂੰ ਪੜ੍ਹ ਰਿਹਾ ਆ ਪਿਆਰਿਆ, ਇਹਨੂੰ ਕਥਦਾ ਵੀ ਹੈ, ਸੁਣਦਾ ਵੀ ਹੈਗਾ। ਤੇ ਪਿਆਰਿਆ ਜੇ ਇੱਥੇ ਤੱਕ ਹੀ ਰਹਿ ਜਾਏਗਾ ਤੇ ਤੇਰੇ ਤੋਂ ਪਹਿਲਾਂ ਵੱਡੇ ਵੱਡੇ ਮੁਨੀ ਜਿਹੜੇ ਹੈਗੇ ਆ ਇਹ ਕੰਮ ਕਰਕੇ ਔਰ ਜੀਵਨ ਜਿਹੜਾ ਹੈਗਾ ਹਾਰ ਕੇ ਚਲੇ ਗਏ, ਗੱਲ ਬਣੀ ਨਹੀਂ। ਇਸ ਤੋਂ ਅੱਗੇ ਵੀ ਜਾਣਾ ਪਊਗਾ। ਇਹ ਭਗਤੀ ਜਿਹੜੇ ਹੈਗੇ, ਇਹ ਭਗਤੀ ਦਾ ਸਟਾਰਟ ਹੈਗਾ, ਇਹ ਭਗਤੀ ਪੂਰੀ ਨਹੀਂ ਹੋਈ, ਇਹ ਸ਼ੁਰੂਆਤ ਹੈਗੀ ਆ। ਇਹ ਜਿਹੜੇ ਹੈਗੇ ਇਹ ਵੇਦ ਪੁਰਾਣ, ਇਹ ਜਿਹੜਾ ਗਿਆਨ ਹੈਗਾ, ਇਹ ਬਾਣੀ ਜਿਹੜੀ ਹੈਗੀ ਆਪਾਂ ਬਾਣੀ ਤੇ ਲਾਈਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈਗੀ ਆ ਭਾਈ, ਇਹਨੂੰ ਜੇ ਕੱਲਾ ਕਥ ਲਿਆ ਤੇ ਸੁਣ ਲਿਆ ਤੇ ਤੂੰ ਜਨਮ ਹਾਰ ਜਾਏਗਾ। ਤੇਰੇ ਤੋਂ ਪਹਿਲਾਂ ਵੀ ਬਥੇਰੇ ਹਾਰ ਚੁੱਕੇ ਆ ਔਰ ਤੇਰੇ ਸਾਹਮਣੇ ਦੇਖ ਲਾ ਦੁਨੀਆ ਦੇ ਵਿੱਚ ਜਿਹੜਾ ਹੈਗਾ, ਸੰਸਾਰ ਦੇ ਵਿੱਚ ਬਈ ਕਿਸੇ ਦਾ ਜੀਵਨ ਜਿਹੜਾ ਹੈਗਾ ਖੁਸ਼ਬੂਦਾਰ ਤਾਂ ਹੋਇਆ ਨਹੀਂ। ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ। ਇਸ ਤੋਂ ਬਾਅਦ ਇਹਨੂੰ ਗਿਆਨ ਨੂੰ ਲੈ ਕੇ, ਆ ਗਿਆਨ ਨੂੰ ਵਿਚਾਰ ਕੇ ਮਾਲਕ ਪਰਮਾਤਮਾ ਨੂੰ ਯਾਦ ਕਰਨਾ ਹੈਗਾ, ਉਹਦਾ ਧਿਆਨ ਕਰਨਾ ਹੈਗਾ, ਉਹ ਐਕਸ਼ਨ ਕਰਨੀ ਹੈ ਜੋ ਇਹ ਗਿਆਨ ਕਹਿ ਰਿਹਾ ਹੈ। ਗਿਆਨ, ਧਿਆਨ ਤੇ ਕਰਮ। ਔਰ ਆਪਣੇ ਜਿਹੜੇ ਹੈਗੇ ਬਾਅਦ ਵਿੱਚ ਜਿਹੜਾ ਹੈਗਾ ਉਸ ਆਪਣੇ ਮਾਲਕ ਪਰਮਾਤਮਾ ਨੂੰ ਹਾਜ਼ਰ ਦੇਖ ਕੇ ਜਿਹੜਾ ਹੈਗਾ ਆਪਣੇ ਕਰਮ ਕਰਨੇ। ਕਿਸੇ ਨੂੰ ਧੋਖਾ ਨਹੀਂ ਦੇਣਾ, ਕਿਸੇ ਦਾ ਜਿਹੜਾ ਹੈਗਾ ਹੱਕ ਨਹੀਂ ਲੈਣਾ ਔਰ ਨਿਮਰਤਾ ਗਰੀਬੀ ਰੱਖਣੀ ਹੈ। ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ। 68 ਤੀਰਥ ਪਉ ਕਣਾ ਪਰਮ ਥਾਕੇ ਭੇਖਾ। ਕਹਿੰਦੇ 68 ਤੀਰਥ ਜਿਹੜੇ ਹੈਗੇ, 68 ਤੀਰਥ ਪਉ ਕਣਾ, ਬਹੁਤ ਘਣੇ, ਪਰਮ ਥਾਕੇ ਭੇਖਾ, ਔਰ ਭੇਖ ਕਰਕੇ ਭਰਮ ਕੇ ਸਾਰੇ ਦੇ ਸਾਰੇ ਉਹ ਵੀ ਹਾਰ ਗਏ,
68 ਤੀਰਥਾਂ ਤੇ ਤੀਰਥ ਕਰਕੇ ਘਣੇ ਜਿਹੜੇ ਹੈਗੇ ਲੋਕੀ ਜਿਹੜੇ ਹੈਗੇ ਇਹ ਭਰਮ ਦੇ ਵਿੱਚ ਧੋਖੇ ਦੇ ਵਿੱਚ ਵੀ ਤੀਰਥ ਦੇ ਨਹਾਉਣ ਦੇ ਨਾਲ ਜਿਹੜਾ ਹੈਗਾ ਇਹ ਮਨ ਜਿਹੜਾ ਹੈਗਾ ਇਹ ਪਵਿੱਤਰ ਹੋ ਜਾਏਗਾ। ਨਹੀਂ ਹੋਇਆ ਭਾਈ, ਨਹੀਂ ਹੋਇਆ। ਭਰਮ ਥਾਕੇ ਭੇਖਾ, ਇਹ ਭੇਖ ਕਰਕੇ ਵੀ ਥੱਕ ਗਏ, ਭਰਮ ਕੇ ਵੀ ਥੱਕ ਗਏ, ਤੀਰਥਾਂ ਤੇ ਜਾ ਕੇ ਵੀ ਥੱਕ ਗਏ। ਸਾਚੋ ਸਾਹਿਬ, ਹੁਣ ਪ੍ਰੋਬਲਮ ਕੀ ਹੈਗੀ ਆ? ਤੀਸਰੀ ਲਾਈਨ, ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ। ਕਹਿੰਦੇ ਉਹ ਮਾਲਕ ਪਰਮਾਤਮਾ ਸੱਚਾ ਸਾਹਿਬ ਜਿਹੜਾ ਹੈਗਾ ਹਮੇਸ਼ਾ ਰਹਿਣ ਵਾਲਾ ਮਾਲਕ ਹੈਗਾ, ਜਿਹਨੇ ਇਹ ਗੇਮ ਪਾਈ ਆ, ਜਿਸਨੇ ਦੁਨੀਆ 'ਚ ਭੇਜਿਆ ਤੈਨੂੰ, ਜਿਹਨੇ ਸੰਸਾਰ ਦੀ ਰਚਨਾ ਕੀਤੀ ਆ, ਉਹ ਨਿਰਮਲ ਹੈਗਾ, ਉਹਦੇ ਅੰਦਰ ਮੈਲ ਨਹੀਂ ਹੈਗੀ। ਸਾਚੋ ਸਾਹਿਬ ਨਿਰਮਲੋ ਮਨੇ ਮਾਨੇ ਏਕਾ। ਉਹ ਸਿਰਫ ਇੱਕ ਗੱਲ ਦੇ ਨਾਲ ਮੰਨਦਾ ਹੈ ਬਈ ਤੂੰ ਵੀ ਆਪਣੇ ਮਨ ਨੂੰ ਨਿਰਮਲ ਕਰ ਲਾ। ਬਾਹਰ ਸਰੀਰ ਭੇਖ ਜਿਹੜਾ ਹੈਗਾ ਉਹਦੇ ਨਾਲ ਨਹੀਂ ਮੰਨਦਾ। ਕੱਲੇ ਵੇਦ ਪੁਰਾਣ ਕਥਨ ਸੁਣਨ ਦੇ ਨਾਲ ਜਿਹੜਾ ਹੈਗਾ ਇਹ ਗੱਲ ਬਣਦੀ ਨਹੀਂ। ਮਨ ਨਿਰਮਲ ਨਹੀਂ ਹੁੰਦਾ। ਪਾਠ ਕਰਨ ਦੇ ਨਾਲ ਕੱਲਾ ਮਨ ਨਿਰਮਲ ਨਹੀਂ ਹੁੰਦਾ। ਸਾਚੋ ਸਾਹਿਬ ਨਿਰਮਲੋ ਮਨੇ ਮਾਨੇ ਏਕਾ। ਉਹ ਸਿਰਫ ਇੱਕ ਚੀਜ਼ ਦੇ ਨਾਲ ਮੰਨਦਾ ਹੈ ਭਾਈ ਬਈ ਨਿਰਮਲ ਮਨ ਨੂੰ ਲੈ ਕੇ ਆ, ਮਨ ਨੂੰ ਨਿਰਮਲ ਕਰ। और मन ने निर्मल होना है, पर ये मत पापां के संग वो तोपै नावे के रंग। वो इस तरीके नाल मंनदा है भाई। आ पहली पातशाही है, जप बाणी दे विच पहली पातशाही ने उत्थे भी आही गल कीती है। तू अजरावर अमर तू सब चालनहारी। और देख लो वो मालक परमात्मा अजरावर, उन्होंने जर नहीं आउंदी, हमेशा ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਅਮਰ ਹੈਗਾ ਔਰ ਅਜਰ ਹੈਗਾ, ਨਵਤਨ ਹੈਗਾ, ਬਾਲਾ ਹੈਗਾ। ਬਾਕੀ ਸਾਰੀ ਦੁਨੀਆ ਜਿਹੜੀ ਹੈਗੀ ਉਹ ਚੱਲਣਹਾਰੀ ਹੈਗੀ ਹੈ। ਸਾਰੇ ਜਰ ਦੇ ਨਾਲ ਸਰੀਰ ਨਸ਼ਟ ਹੋ ਜਾਏਗਾ ਭਾਈ। ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ ਰਹਾਓ। ਕਹਿੰਦੇ ਤੂੰ ਵੀ ਜਿਹੜਾ ਹੈਗਾ ਇੱਕ ਦਵਾਈ ਲੈ ਲਾ ਭਾਈ, ਰਸਾਇਣ 100 ਦਵਾਵਾਂ ਦੀ ਇੱਕ ਦਵਾ ਲੈ ਲਾ ਤੇ ਤੂੰ ਵੀ ਜਿਹੜਾ ਹੈਗਾ ਅਜਰਾਵਰ ਹੋ ਜਾ, ਤੂੰ ਵੀ ਅਮਰ ਹੋ ਜਾ ਭਾਈ। ਤੂੰ ਵੀ ਇਹ ਜਿਹੜਾ ਹੈਗਾ ਚੱਲ ਜਿਹੜਾ ਹੈਗਾ ਇਹ ਜਨਮ ਮਰਨ ਦੇ ਗੇੜੇ ਚੋਂ, ਇਹ ਭਵ ਸਾਗਰ ਚੋਂ ਤੂੰ ਵੀ ਪਾਰ ਹੋ ਜਾ। ਆ ਦਵਾਈ ਲੈ, ਨਾਮ ਰਸਾਇਣ, ਨਾਮ ਦੀ ਰਸਾਇਣ ਲੈ ਲਾ ਤੂੰ ਵੀ ਜਿਹੜਾ ਹੈਗਾ ਪਿਆਰ ਦੇ ਨਾਲ। ਪਰ ਹਰ ਦੁੱਖ ਭਾਰੀ, ਆ ਜਿਹੜਾ ਦੁੱਖ ਪਿਆ ਹੋਇਆ ਆ ਸੰਸਾਰ ਦਾ, ਇਹ ਜੂਨਾਂ ਦਾ, ਇਹ ਬਾਰ-ਬਾਰ ਮਾਂ ਦੇ ਪੇਟ 'ਚ ਜਾਣਾ, ਬਾਰ-ਬਾਰ ਸਰੀਰ ਦੀ ਉਡੀਕ ਕਰਨੀ, ਬਾਰ-ਬਾਰ ਨਵੇਂ ਸਰੀਰ ਜਿਹੜੇ ਹੈਗੇ ਇਹ ਦੁੱਖ ਨੂੰ ਦੂਰ ਕਰ ਲਾ ਭਾਈ। ਤੇਰੇ ਕੋਲ ਚਾਂਸ ਹੈਗਾ, ਤੇਰੇ ਕੋਲ ਚਾਂਸ ਹੈਗਾ ਭਾਈ, ਤੇਰੇ ਕੋਲ ਚਾਂਸ ਹੈਗਾ। ਰਹਾਓ। ਹੁਣ ਜਿਹੜਾ ਕੀ ਕਰੀਏ ਮਹਾਰਾਜ ਜੀ, ਕਿਸ ਤਰ੍ਹਾਂ? ਹਰ ਪੜੀਏ ਹਰ ਬੁਝੀਏ ਗੁਰਮਤੀ ਨਾਮ ਹੈ ਉਤਾਰਾ। ਕਹਿੰਦੇ ਪਰਮੇਸ਼ਰ ਦਾ ਧਿਆਨ ਕਰ, ਪਰਮੇਸ਼ਰ ਨੂੰ ਪੜ ਪਿਆਰਿਆ, ਪਰਮੇਸ਼ਰ ਨੂੰ ਪੜ, ਪਰਮੇਸ਼ਰ ਨੂੰ ਬੁੱਝ। ਗੁਰੂ ਦੀ ਮੱਤ ਲੈ ਕੇ ਨਾਮ ਦੇ ਨਾਲ ਉਦਾਰ ਹੋਣਾ ਹੈ। ਪਰਮੇਸ਼ਰ ਨੂੰ ਯਾਦ ਕਰੇਗਾ ਤਾਂ ਹੀ ਜਿਹੜੇ ਹੈਗੇ ਵਿਚਾਰ ਬੰਦ ਹੋ ਸਕਦੇ ਆ, ਨਹੀਂ ਤਾਂ ਡੁੱਬ ਜਾਏਗਾ। ਗੁਰੇ ਪੂਰੇ ਪੂਰੀ ਮਤ ਹੈ, ਪੂਰੇ ਸ਼ਬਦ ਵਿਚਾਰਾ। ਦੇਖ ਲਾ ਪੂਰਾ ਗੁਰੂ ਹੈ ਔਰ ਪੂਰੀ ਮਤ ਆ ਪਿਆਰਿਆ, ਸਰਟੀਫਾਈਡ ਹੈ, ਉਹਨਾਂ ਨੇ ਯਾਤਰਾ ਕਰ ਲਈ ਹੈ ਤਾਂ ਜਿਹੜੇ ਹੈਗੇ ਆ ਗਿਆਨ ਦਿੱਤਾ ਹੈ। ਇਹ ਸ਼ਬਦ ਜਿਹੜੇ ਹੈਗੇ ਇਹਨੂੰ ਵਿਚਾਰ ਕਰ ਔਰ ਇਹਦੇ 'ਚੋਂ ਰਸਤਾ ਲੱਭ ਔਰ ਉਹ ਕੰਮ ਕਰ, ਉਹ ਐਕਸ਼ਨ ਕਰ। 68 ਤੀਰਥ ਹਰ ਨਾਮ ਹੈ ਕਿਲ ਵੀ ਕਾਟਣ ਹਾਰਾ। 68 ਤੀਰਥ ਆ ਪਰਮੇਸ਼ਰ ਦੇ ਨਾਮ ਦੇ ਵਿੱਚ ਪਏ ਆ। ਇਹਨਾਂ ਨੇ ਸਾਰੇ ਦੇ ਸਾਰੇ ਤੇਰੇ ਪਾਪ ਜਿਹੜੇ ਆ ਕੱਟ ਦੇਣੇ, ਤੇਰਾ ਲੇਖਾ ਜੋਖਾ, ਤੇਰਾ ਭਾਰ ਤੈਨੂੰ ਹਲਕਾ ਕਰ ਦੇਣਾ, ਤੈਨੂੰ ਸੂਈ ਦੇ ਨੱਕੇ ਚੋਂ ਨਿਕਲ ਜੋਗਾ ਕਰ ਦੇਣਾ। ਓਰੀਜਨਲ ਜਿਹੜਾ ਤੇਰਾ ਸਾਈਜ਼ ਹੈਗਾ ਪਾਸ ਆਊਟ ਉਹ ਬਣਾ ਦੇਣਾ ਤੈਨੂੰ। ਹੁਣ ਜਲ ਬਿਲੋਵ ਹੈ ਜਲ ਮਤ ਹੈ ਤਤ ਲੋੜੇ ਅੰਧ ਅਗਿਆਨਾ। ਕਹਿੰਦੇ ਤੂੰ ਤਾਂ ਪਾਣੀ ਨੂੰ ਜਿਹੜਾ ਹੈਗਾ ਰਿੜਕ ਰਿਹਾ, ਪਾਣੀ ਨੂੰ ਮੱਥ ਰਿਹਾ ਆ ਪਿਆਰਿਆ, ਔਰ ਤੂੰ ਮੱਖਣ ਚਾਹ ਰਿਹਾ ਇਹਦੇ ਵਿੱਚੋਂ। ਅੰਨਾ ਹੈਗਾ ਤੂੰ,
ਗਿਆਨ ਨਹੀਂ ਹੈਗਾ ਤੈਨੂੰ, ਪਾਣੀ ਦੇ ਵਿੱਚੋਂ ਮੱਖਣ ਕਿਵੇਂ ਆ ਜਾਊਗਾ ਦੱਸ ਮੈਨੂੰ। ਜਲ ਬਿਲੋਵੈ ਜਲ ਮਥੈ, ਆ ਤਾਂ ਤੂੰ ਮਥ ਰਿਹਾ ਹੈ ਪਿਆਰਿਆ। ਤਤ ਲੋੜੇ ਅੰਧ ਗਿਆਨਾ, ਔਰ ਚਾਹੁੰਦਾ ਹੈ ਇਹਦੇ ਵਿੱਚੋਂ ਮੱਖਣ ਨਿਕਲ ਜਾਏ, ਸਵਾਦਾਂ ਤੋਂ ਸੰਸਾਰ ਦੇ ਇਹਦੇ ਪਦਾਰਥਾਂ ਦੇ ਵਿੱਚੋਂ। ਇਹਦੇ 'ਚ ਤਪਾਇਆ ਹੀ ਨਹੀਂ, ਉਹਨੇ ਮਾਲਕ ਨੇ ਤਪਾਇਆ ਨਹੀਂ, ਤੂੰ ਕਿਵੇਂ ਲੱਭ ਲੇਗਾ ਦੱਸ। ਜਲ ਬਿਲੋਵੈ ਜਲ ਮਥੈ, ਔਰ ਜਲ ਵੀ ਜਿਹੜਾ ਹੈਗਾ ਕਿਹੜਾ ਜਲ, ਜਲ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦਾ ਜਲ ਆ। ਇੰਨਾ ਗੰਦਾ ਹੈ, ਗੰਦਗੀ ਇੰਨੀ ਜ਼ਿਆਦਾ, ਸੜੇ ਹਾਨ ਮਾਰੀ ਟੋਬੇ ਦਾ ਜਲ। ਜਲ ਬਿਲੋਵੈ ਜਲ ਮਥੈ, ਤਤ ਲੋੜੇ ਅੰਧ ਅਗਿਆਨਾ। ਗੁਰਮਤੀ ਦਦ ਮਥੀਐ, ਅੰਮ੍ਰਿਤ ਪਾਈਏ ਨਾਮ ਨਿਧਾਨਾ। ਕਹਿੰਦੇ ਗੁਰੂ ਦੀ ਮੱਤ ਲੈ ਕੇ ਪਿਆਰਿਆ ਦੁੱਧ ਜਿਹੜਾ ਹੈਗਾ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ, ਉਹਦਾ ਮਾਲਕ ਦਾ ਧਿਆਨ ਜਿਹੜਾ ਹੈਗਾ, ਦੁੱਧ ਨੂੰ ਰਿੜਕ ਪਿਆਰਿਆ ਅੰਮ੍ਰਿਤ ਨਿਕਲ ਆਏਗਾ, ਮੱਖਣ ਨਿਕਲ ਆਏਗਾ। ਨਾਮ ਪਦਾਰਥ ਪਾਲੇਗਾ, ਨਾਮ ਖਜ਼ਾਨਾ ਪਾਲੇਗਾ ਤੂੰ। ਮਨਮੁਖ ਤਤ ਨਾ ਜਾਣਨੀ, ਪਸ਼ੂ ਮਾਹੇ ਸਮਾਨਾ। ਪਰ ਦੇਖ ਲੋ, ਕਹਿੰਦੇ ਤੂੰ ਮਨ ਦੇ ਪਿੱਛੇ ਲੱਗਿਆ ਹੋਇਆ ਪਿਆਰਿਆ, ਆਪਣੀ ਮੱਤ ਨਹੀਂ ਛੱਡਦਾ। ਤਤ ਵਸਤੂ ਨਹੀਂ ਪਤਾ ਤੈਨੂੰ ਨਹੀਂ ਪਤਾ ਇਹ ਫੋਕ ਜਿਹੜਾ ਹੈਗਾ ਇਹਦੇ 'ਚ ਤਾਂ ਕੁਛ ਹੈ ਹੀ ਨਹੀਂ। ਤੂੰ ਤਾਂ ਪਸ਼ੂ ਬਿਰਤੀ ਹੈਗੀ ਤੇਰੀ, ਪਸ਼ੂਆਂ ਵਾਂਗੂ ਹੋ ਰਿਹਾ ਹੈ ਪਿਆਰਿਆ। ਤੂੰ ਤਾਂ ਸਪਿਰਚੁਅਲ ਜਿਹੜੀ ਹੈ ਗੱਲ ਸਮਝ ਹੀ ਨਹੀਂ ਪਾ ਰਿਹਾ। ਮਨਮੁਖ ਤਤ ਨਾ ਜਾਣਨੀ, ਪਸ਼ੂ ਮਾਹੇ ਸਮਾਨ। ਇਨਸਾਨ ਦੇ ਜਾਮੇ ਦੇ ਵਿੱਚ ਵੀ ਪਸ਼ੂ ਹੈਗਾ, ਤੂੰ ਪਸ਼ੂਆਂ ਦੇ ਸਮਾਨ ਹੋ ਰਿਹਾ ਹੈ। ਤੂੰ ਆਪਣੀ ਮੱਤ ਛੱਡ ਹੀ ਨਹੀਂ ਰਿਹਾ। ਹਉਮੈ ਮੇਰਾ ਮਰੀ ਮਰ ਜੰਮੈ ਵਾਰੋ ਵਾਰ। ਨਹੀਂ ਛੱਡੇਗਾ, ਲੈ ਫਿਰ ਮਰ ਜਾ ਭਾਈ। ਹਉਮੈ ਮੇਰਾ ਮਰੀ ਮਰ, ਬਸ ਮਰ ਗਿਆ, ਖਤਮ। ਇਹਨੇ ਮਾਰ ਦੇਣਾ ਤੈਨੂੰ, ਆਤਮਿਕ ਮੌਤ ਦੇ ਦੇਣੀ ਹੈ ਤੈਨੂੰ ਕੁਛ ਵੀ ਕਰ ਨਹੀਂ ਦੇਣਾ। ਆਹੀ ਗੇਮ ਹੈ ਮਾਲਕ ਪਰਮਾਤਮਾ ਦੀ, ਆਹੀ ਮਨਮਤ ਤੇ ਗੁਰਮਤ। ਆ ਹਉਮੈ ਹੈਗੀ ਹੈ। ਹਉਮੈ ਕੀ ਹੈ ਬਈ? ਆਪਣੇ ਅੱਗੇ ਮਾਲਕ ਮੈਂ ਤੇ ਬਸ ਆਪਣੇ ਅੱਗੇ ਇਨਸਾਨ ਕੁਛ, ਦੂਸਰਾ ਕੁਛ ਛੱਡਦਾ ਹੀ ਨਹੀਂ ਆਪਣੀ ਮੱਤ। ਕਹਿੰਦੇ ਤਾਂ ਮਰ ਫਿਰ ਜਿਹੜਾ ਹੈਗਾ ਤੇਰੀ ਆਤਮਿਕ ਮੌਤ ਤਾਂ ਹੋ ਰਹੀ ਹੈ। ਫਿਰ ਮਰ ਜੰਮੇ ਵਾਰੋ ਬਾਰ ਜੰਮਦਾ ਮਰਦਾ ਰਹੇ। ਕੀ ਕਰ ਸਕਦੇ ਹਾਂ ਭਾਈ? ਗੋ ਹੈਡ। ਗੁਰ ਕੈ ਸ਼ਬਦੇ ਜੇ ਮਰੈ, ਫਿਰ ਮਰੇ ਨਾ ਦੂਜੀ ਵਾਰ। ਕਹਿੰਦੇ ਹਾਲੇ ਵੀ ਦੇਖ ਲਾ ਪਿਆਰਿਆ, ਆ ਗੁਰੂ ਦੀ ਮੱਤ ਆ, ਧਿਆਨ ਸਿਮਰਨ ਹੈਗਾ, ਪਰਮੇਸ਼ਰ ਦੀ ਯਾਦ ਹੈਗੀ ਆ। ਜੇ ਇੱਕ ਵਾਰੀ ਸ਼ੁਰੂ ਕਰ ਦੇਗਾ ਤੇ ਦੁਬਾਰਾ ਤੈਨੂੰ ਜਨਮ ਮਰਨ ਦੇ ਵਿੱਚ ਆਉਣ ਦੀ ਲੋੜ ਨਹੀਂ ਪਏਗੀ। ਇਹ ਭਵ ਸਾਗਰ ਪਾਰ ਹੋ ਜਾਏਗਾ। ਆਇਆ ਗੁਰੂ ਦੀ ਮੱਤ। ਗੁਰਮਤੀ ਜਗ ਜੀਵਨ ਮਨ ਵਸੇ, ਔਰ ਜਗ ਦਾ ਜੀਵਨ ਮਨ ਦੇ ਵਿੱਚ ਵਸ ਜਾਏਗਾ। ਆ ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਮੱਤ ਦੇ ਦੁਆਰਾ ਸਭ ਕੁੱਲ ਉਦਾਹਰਨ ਹਾਰ। ਔਰ ਆਪ ਵੀ ਉਧਰ ਜਾਏਗਾ, ਹੋਰ ਜਿਹੜਾ ਵੀ ਤੇਰੇ ਕੰਟੈਕਟ ਦੇ ਵਿੱਚ ਆਊਗਾ ਉਹਨੂੰ ਸਾਰੇ ਨੂੰ ਉਤਾਰ ਦੇਗਾ। ਸੱਚਾ ਵਖਰ ਨਾਮ ਹੈ, ਸੱਚਾ ਵਪਾਰਾ। ਆਇਆ ਸੱਚਾ ਸੌਦਾ ਪਿਆਰਿਆ, ਸੱਚ ਦਾ ਵਪਾਰ ਆ। ਇਹਦੇ ਵਾਸਤੇ ਤੈਨੂੰ ਭੇਜਿਆ ਆ। ਉਹ ਧਰਮਰਾਜ ਨੇ ਆਹੀ ਪੁੱਛਣਾ ਹੈ ਉੱਥੇ। ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਆ ਭਜਨ ਆ ਪਿਆਰਿਓ, ਆ ਸੱਚਾ ਵਖਰ, ਇਹਦੇ ਬਗੈਰ ਨਹੀਂ ਮੰਨਦਾ ਅਗਲਾ। ਸੱਚਾ ਵਖਰ ਨਾਮ ਹੈ, ਸੱਚਾ ਵਪਾਰਾ। ਲਾਹਾ ਨਾਮ ਸੰਸਾਰ ਹੈ। ਆਹੀ ਲਾਭ ਹੈ ਭਾਈ ਸੰਸਾਰ ਦੇ ਵਿੱਚ, ਆਹੀ ਖੱਟੀ ਹੈਗੀ ਆ। ਗੁਰਮਤੀ ਵਿਚਾਰਾ, ਗੁਰੂ ਦੀ ਮੱਤ ਦੇ ਨਾਲ ਵਿਚਾਰ ਲੈ ਲਾ ਭਾਈ। ਗੁਰੂ ਦੀ ਮੱਤ ਨੂੰ ਵਿਚਾਰ ਕਰ। ਗੁਰੂ ਦੀ ਮੱਤ ਆ ਬਾਣੀ ਹੈਗੀ, ਆ ਬਾਣੀ ਨੂੰ ਵਿਚਾਰ ਕਰ ਲੈ ਕਿ ਬਾਣੀ ਕਹਿ ਕੀ ਰਹੀ ਹੈ। ਜੋ ਬਾਣੀ ਕਹਿ ਰਹੀ ਹੈ ਭਾਈ, ਉਹਨੂੰ ਉਸ ਗੱਲ ਨੂੰ ਆਪਣਾ ਸ਼ੁਰੂ ਕਰ ਦੇ। ਦੇਖ ਲੈ 36 ਬ੍ਰਹਮ ਗਿਆਨੀ ਹੈਗੇ, ਉਹਨਾਂ 36 ਬ੍ਰਹਮ ਗਿਆਨੀ ਕੰਸਲਟ ਕਰ ਪਿਆਰਿਆ। ਕਿਸੇ ਕੰਸਲਟੈਂਟ ਕੋਲ ਜਾ ਕੇ, ਨਹੀਂ ਤੇਰੇ ਕੋਲੋਂ ਸਾਲ ਹੋ ਰਹੀ ਪਹੇਲੀ, ਤੇ ਕੰਸਲਟੈਂਟ ਕੋਲ ਜਾ ਕੇ ਤੇ ਸਲਾਹ ਲੈ ਲਾ। ਲਾਹਾ ਨਾਮ ਸੰਸਾਰ ਹੈ, ਗੁਰਮਤੀ ਵਿਚਾਰਾ। ਦੂਜੇ ਪਾਏ ਕਾਰ ਕਮਾਵਣੀ, ਨਿਤ ਟੋਟਾ ਸਹਿ ਸਾਰਾ। ਦੇਖ ਲੈ ਪਿਆਰਿਆ, ਤੂੰ ਦੂਜਾ ਭਾਵ ਹੈ ਮਾਇਆ, ਚੋਗਾ, ਪਦਾਰਥ, ਆਕਾਰ, ਸਵਾਦ, ਇਹ ਕਾਰ ਕਮਾ ਰਿਹਾ ਆ ਤੇ ਫਿਰ ਤਾਂ ਤੇਰਾ ਟੋਟਾ ਕਹਿੰਦੇ ਆ ਨੁਕਸਾਨ। ਨਿਤ ਤੂੰ ਨੁਕਸਾਨ ਜਾ ਰਿਹਾ। ਤੇਰਾ 24 ਘੰਟੇ ਚਲੇ ਜਾਂਦੇ, ਖੱਟੀ ਕੁਛ ਵੀ ਨਹੀਂ ਹੁੰਦੀ। ਮੂਲ ਜਿਹੜਾ ਗਵਾਚ ਰਿਹਾ ਤੇਰਾ, ਉਹ ਦਿਨ ਤੇਰੇ ਜੀਵਨ 'ਚ ਚਲਾ ਗਿਆ।
ਨਿਤ ਟੋਟਾ ਸਹਸਾਰਾ। ਸਾਚੀ ਸੰਗਤ ਥਾਨ ਸੱਚ, ਸੱਚੇ ਘਰ ਵਾਰਾ। ਆਇਆ ਸੱਚ ਦੀ ਸੰਗਤ ਪਾਈ, ਇਹ ਥਾਨ ਸੱਚੇ ਥਾਨ ਤੇ ਪਹੁੰਚਾ ਦੇਗੀ ਤੈਨੂੰ, ਅਮਰ ਹੋ ਜਾਏਗਾ ਤੂੰ। ਇਹ ਜੇ ਗੁਰੂ ਦੀ ਸੰਗਤ ਕਰ ਲਏਗਾ ਪਾਈ, ਸਤ ਸੰਗਤ ਕਰ ਲਏਗਾ ਤੇ ਸੱਚੇ ਘਰ ਵਾਰਾ, ਸੱਚਾ ਘਰ ਤੇ ਬਾਰ ਤੈਨੂੰ ਲੱਭ ਜਾਏਗਾ, ਹਮੇਸ਼ਾ ਵਾਸਤੇ ਹੋ ਜਾਏਗਾ ਉਸ ਮਾਲਕ ਪਰਮਾਤਮਾ ਦੇ ਦੇਸ਼ ਦਾ ਵਾਸੀ। ਸੱਚਾ ਭੋਜਨ ਭਾਓ ਸੱਚ, ਸੱਚ ਨਾਮ ਆਧਾਰਾ। ਇਹ ਹੈ ਸੱਚਾ ਭੋਜਨ ਪਾਈ, ਇਹ ਪਿਆਰ ਦੇ ਨਾਲ ਜਿਹੜਾ ਹੈਗਾ, ਭਾਵਨਾ ਦੇ ਨਾਲ ਇਹ ਸੱਚ ਨੂੰ ਲੈ ਸਕਦਾ ਹੈ ਤੂੰ। ਇਹ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕਦਾ ਹੈ, ਇਸ ਸੱਚ ਨੂੰ। ਸੱਚੀ ਬਾਣੀ ਸੰਤੋਖਿਆ, ਸੱਚਾ ਸ਼ਬਦ ਵਿਚਾਰਾ। ਇਸ ਬਾਣੀ ਦੇ ਨਾਲ, ਸੱਚੀ ਬਾਣੀ ਦੇ ਨਾਲ, ਇਸੇ ਦੇ ਨਾਲ ਸੰਤੋਖ ਹੋਣਾ ਹੈ ਭਾਈ। ਇਹ ਬਾਣੀ ਨੂੰ ਵਿਚਾਰ ਲਾ, ਇਹਦੇ ਤੋਂ ਜਿਹੜਾ ਹੈਗਾ, ਜੋ ਕੰਮ ਕਰਨ ਵਾਲਾ ਹੈਗਾ ਉਹ ਕਰ ਲਾ ਕੰਮ। ਸੱਤਵਾਂ ਬੰਦ। ਰਸ ਭੋਗਣ ਪਾਤਸ਼ਾਹੀਆਂ, ਦੁੱਖ ਸੁੱਖ ਸੰਘਾਰਾ। ਕਹਿੰਦੇ ਦੁਨੀਆ ਦੇ ਵਿੱਚ ਭਾਵੇਂ ਤੂੰ ਵੱਡੇ ਤੋਂ ਵੱਡਾ ਪਾਤਸ਼ਾਹ ਹੋ ਜਾ, ਜਿੰਨੇ ਮਰਜੀ ਸਵਾਦ ਲੈ ਲਾ, ਜਿੰਨੇ ਮਰਜੀ ਰਸ ਲੈ ਲਾ, ਜਿੰਨਾ ਮਰਜੀ ਮਾਇਆ ਨੂੰ ਭੋਗ ਲਾ, ਜੋ ਮਰਜੀ ਕਰ ਲਾ, ਮੋਟਾ ਨਾਉ ਧਰਾਈਏ। ਰਸ ਭੋਗਣ ਪਾਤਸ਼ਾਹੀਆਂ, ਦੁੱਖ ਸੁੱਖ ਸੰਘਾਰਾ। ਕਹਿੰਦੇ ਦੁੱਖ ਔਰ ਸੁੱਖ ਦੇ ਵਿੱਚ ਹੀ ਤੇਰਾ ਜੀਵਨ ਜਿਹੜਾ ਹੈਗਾ ਨਸ਼ਟ ਹੋ ਜਾਣਾ ਹੈ। ਇਹਨੇ ਸੰਘਾਰ ਲੈਣਾ ਤੈਨੂੰ, ਤੇਰਾ ਵੱਧ ਕਰ ਦੇਣਾ। ਰਸ ਭੋਗਣ ਪਾਤਸ਼ਾਹੀਆਂ, ਜੇ ਪਾਤਸ਼ਾਹ ਵੀ ਬਣ ਜਾਏਗਾ, ਜੇ ਇੰਨੇ ਭੋਗ ਦੁਨੀਆ ਦੇ ਪਦਾਰਥ ਇਹਨਾਂ ਦੇ ਵਿੱਚ ਹੀ ਲੱਗਿਆ ਰਿਹਾ, ਦੁੱਖ ਸੁੱਖ ਦੇ ਵਿੱਚ ਤੇਰੀ ਮੌਤ ਹੋ ਜਾਣੀ ਹੈ, ਤੇਰਾ ਸਰੀਰ, ਤੇਰੀ ਯਾਤਰਾ ਖਤਮ ਹੋ ਜਾਣੀ ਹੈ, ਤੇਰਾ ਜਿਹੜਾ ਹੈਗਾ ਮਨੁੱਖੀ ਯਾਤਰਾ ਖਤਮ ਹੋ ਜਾਣੀ। ਮੋਟਾ ਨਾਉ ਧਰਾਈਏ, ਗਲੇ ਅਵਗੁਣ ਭਾਰਾ। ਜਿੰਨਾ ਮਰਜੀ ਦੁਨੀਆ ਦੇ ਵਿੱਚ ਨਾਮਣਾ ਜਿਹੜਾ ਹੈਗਾ ਤੇਰਾ ਹੋ ਜਾਏ, ਕਿੰਨਾ ਮਰਜੀ ਵੱਡਾ ਬਣ ਜਾਏ, ਤੇਰੇ ਅੰਦਰ ਅਵਗੁਣਾਂ ਦਾ ਭਾਰ ਵੱਧ ਜਾਣਾ ਹੈ ਭਾਈ। ਔਰ ਇਸ ਸੰਸਾਰ ਦੇ ਵਿੱਚ ਇਹਦੇ ਵਿੱਚ ਹੀ ਡੁੱਬ ਜਾਣਾ ਹੈ ਤੂੰ, ਭਵ ਸਾਗਰ ਦੇ ਵਿੱਚ ਅਵਗੁਣਾਂ ਦੇ ਨਾਲ। ਮਾਨਸ ਦਾਤ ਨਾ ਹੋਵੇ, ਤੂੰ ਦਾਤਾ ਸਾਰਾ। ਔਰ ਮਾਨਸ ਜਿਹੜਾ ਹੈਗਾ, ਕਿਸੇ ਮਨੁੱਖ ਦੇ ਕੋਲੇ ਦਾਤ ਨਹੀਂ ਹੈਗੀ ਭਾਈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਦਾਤਾ ਹੈਗਾ, ਉਹ ਸਾਰੀਆਂ ਦਾਤਾਂ ਦੇਣ ਵਾਲਾ ਮਾਨਸ ਹੈਗਾ। ਕੋਈ ਇਨਸਾਨ ਕਿਸੇ ਨੂੰ ਦਾਤ ਨਹੀਂ ਦੇ ਸਕਦਾ, ਸਾਰਾ ਕੁਝ ਉਸ ਮਾਲਕ ਪਰਮਾਤਮਾ ਦਾ ਹੈਗਾ। ਅਗਮ ਅਗੋਚਰ ਤੂੰ ਧਣੀ, ਅਵਗਤ ਅਪਾਰਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਇਸ ਸੰਸਾਰ ਦੇ ਵਿੱਚ ਹੁੰਦੇ ਹੋਏ ਵੀ ਅਗਮ ਹੈਗਾ, ਅਪਹੁੰਚ ਹੈਗਾ, ਅਗੋਚਰ ਹੈਗਾ, ਇੰਦਰੀਆਂ ਤੇ ਪਕੜ ਤੋਂ ਪਰੇ ਹੈਗਾ, ਔਰ ਉਹ ਮਾਲਕ ਹੈਗਾ। ਅਵਗਤ ਨਹੀਂ ਪਤਾ ਪਾਏ, ਆਪਾਂ ਨਹੀਂ ਜਾਣਦੇ, ਅਵਗਤ ਨਹੀਂ ਹੈ ਉਹਦੇ ਤੋਂ, ਗੁਪਤ ਹੈਗਾ। ਅਪਾਰਾ, ਉਹ ਅਪਾਰ ਸ਼ਕਤੀ ਦਾ ਮਾਲਕ ਹੈ ਮਾਲਕ ਪਰਮਾਤਮਾ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਫਿਰ ਗੁਰ ਸ਼ਬਦੀ ਦਰ ਜੋਈ ਹੈ, ਮੁਕਤ ਹੈ ਭੰਡਾਰਾ। ਕਹਿੰਦੇ ਗੁਰੂ ਦੀ ਮੱਤ ਲੈ ਲਾ, ਗੁਰੂ ਦੇ ਸ਼ਬਦ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਵਿਚਾਰ ਬੰਦ ਕਰ, ਦਰ ਤੇ ਬੈਠ, ਮਾਲਕ ਦੇ ਦਰ ਨੂੰ ਦੇਖ। ਜੋਈਏ ਮਤਲਬ ਦੇਖਣਾ। ਰੋਜ਼ ਜਿਹੜਾ ਹੈਗਾ ਧਿਆਨ ਸਿਮਰਨ ਕਰਕੇ ਮਾਲਕ ਦੇ ਦਰ ਤੇ ਬੈਠਾ ਰਹਿ। ਗੁਰ ਸ਼ਬਦੀ ਦਰ ਜੋਈ ਹੈ, ਮੁਕਤ ਹੈ ਭੰਡਾਰਾ। ਮੁਕਤ ਹੋ ਜਾਏਗਾ, ਭੰਡਾਰ ਮਿਲ ਜਾਣਗੇ ਭਾਈ। ਨਾਨਕ ਮੇਲ ਨਾ ਚੂਕੇ, ਸਾਚੇ ਵਪਾਰਾ। ਆ ਹੈਗਾ ਸੱਚ ਦਾ ਵਪਾਰ। ਔਰ ਤੇਰਾ ਜਿਹੜਾ ਹੈਗਾ ਮੇਲ ਜਿਹੜਾ ਹੈਗਾ, ਇਸ ਦੇ ਨਾਲ ਜੇ ਇਸ ਤਰੀਕੇ ਦੇ ਨਾਲ ਯਾਤਰਾ ਕਰੇਗਾ, ਸੱਚ ਦੀ ਖੱਟੀ ਕਰੇਗਾ, ਤੇ ਮਾਲਕ ਦੇ ਨਾਲ ਮੁਲਾਕਾਤ ਤੇਰੀ ਮਿਸ ਨਹੀਂ ਹੋਏਗੀ ਇਸ ਜਨਮ ਦੇ ਵਿੱਚ। ਮਾਰੂ ਮਹੱਲਾ ਪਹਿਲਾ। ਬਿਖ ਬੋਹਿ ਥਾ ਲਾਦਿਆ, ਦਿਆ ਸਮੁੰਦ ਮਝਾਰ। ਆਪਾਂ ਦੇਖ ਲਓ ਭਾਈ, ਆ ਮਹਾਰਾਜ ਜਿਹੜੇ ਹੈਗੇ ਆਪਣਾ ਚਿੱਤਰਨ ਦੇ ਰਹੇ, ਆਪਾਂ ਕੀ ਹੈ, ਆਪਾਂ ਕਿੱਥੇ ਹੈਗੇ ਇਸ ਟਾਈਮ। ਕਹਿੰਦੇ ਤੂੰ ਸਮੁੰਦਰ ਦੇ ਵਿਚਾਲੇ ਹੈਗਾ ਇਸ ਟਾਈਮ, ਔਰ ਤੇਰਾ ਜਹਾਜ਼, ਜੀਵਨ ਦਾ ਜਹਾਜ਼ ਜਿਹੜਾ ਹੈਗਾ, ਇਹਦੇ ਵਿੱਚ ਸਿਰਫ ਤੂੰ ਸਵਾਦ ਹੀ ਸਵਾਦ, ਬਿਖ ਹੀ ਬਿਖ ਲੱਦੀ ਹੋਈ ਹੈ।
ਤੇਰੇ ਕੋਲ ਸਿਰਫ ਪਦਾਰਥ, ਸਵਾਦ, ਆ ਚੋਗਾ, ਆਹੀ ਕੁਛ ਹੈਗਾ ਤੇਰੇ ਕੋਲ। ਔਰ ਸਮੁੰਦਰ ਦੇ ਵਿਚਾਲੇ ਹੈਗਾ ਤੂੰ। ਵਿਖ ਬੋਹਿਤਾ ਲਾਦਿਆ ਦੀਆ ਸਮੁੰਦ ਮਝਾਰ, ਕੰਧੀ ਦਿਸ ਨਾ ਆਵਈ ਨਾ ਉਰਵਾਰ ਨਾ ਪਾਰ। ਅਗਲਾ ਕਿਨਾਰਾ ਨਹੀਂ ਨਜ਼ਰ ਆਉਂਦਾ, ਪਿਛਲਾ ਤਾਂ ਮਿਲਣਾ ਹੀ ਨਹੀਂ ਹੈ। ਕੰਧੀ ਕਹਿੰਦੇ ਕਿਨਾਰਾ ਨਹੀਂ ਦਿਸਦੀ, ਕਿਨਾਰਾ ਨਹੀਂ ਦਿਸ ਰਿਹਾ, ਨਾ ਉਰਵਾਰ ਵੀ ਨਹੀਂ ਹੈਗਾ ਤੇ ਭਾਰ ਵੀ ਨਹੀਂ ਹੈਗਾ, ਵਿਚਾਲੇ ਹੈਗਾ ਹੈ। ਉਰਲਾ ਕਿਨਾਰਾ ਵੀ ਨਹੀਂ ਹੈ ਤੇ ਪਰਲਾ ਕਿਨਾਰਾ ਵੀ ਨਹੀਂ ਹੈ। ਪਰਲੇ ਕਿਨਾਰੇ ਯਾਤਰਾ ਦਾ ਐਂਡ ਹੈਗਾ, ਉਰਲੇ ਕਿਨਾਰੇ ਸ਼ੁਰੂ ਹੋਈ ਸੀ ਯਾਤਰਾ, ਵਿਚਾਲੇ ਹੈਗਾ। ਬਿਖ ਬੋਹਿਤਾ ਲਾਦਿਆ ਦੀਆ ਸਮੁੰਦ ਮਝਾਰ, ਕੰਧੀ ਦਿਸ ਨਾ ਆਵਈ ਨਾ ਉਰਵਾਰ ਨਾ ਪਾਰ। ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ। ਔਰ ਪਿਆਰਿਆ, ਤੇਰੇ ਹੱਥ ਦੇ ਵਿੱਚ ਤਾਂ ਚੱਪੂ ਵੀ ਨਹੀਂ ਹੈਗਾ। ਵੰਜੀ ਹਾਥ ਨਾ ਖੇਵਟੂ, ਔਰ ਨਾ ਹੀ ਤੈਨੂੰ ਪਤਾ ਹੈ ਕੋਈ ਮਲਾ ਹੈਗਾ ਤੇਰੇ ਜੀਵਨ ਦਾ। ਇਸ ਜਹਾਜ਼ ਦਾ ਕੋਈ ਮਲਾ ਵੀ ਨਹੀਂ ਹੈਗਾ। ਬਸ ਜਿੱਧਰ ਨੂੰ ਵਿਚਾਰ, ਜੋ ਵਿਚਾਰ ਆਉਂਦਾ ਹੈ ਉਸੇ ਪਾਸੇ ਨੂੰ ਤੁਰ ਪੈਣਾ ਹੈ ਤੂੰ। ਜੋ ਸਵਾਦ ਲੈਣਾ ਉਸੇ ਪਾਸੇ ਨੂੰ ਚੱਲ ਪੈਣਾ ਹੈ। ਆਹੀ ਜ਼ਹਿਰ ਲੱਦੀ ਜਾ ਰਿਹਾ ਹੈ, ਆਹੀ ਪਦਾਰਥ 24 ਘੰਟੇ 24/7 ਆਹੀ ਕੁਛ ਲੱਦ ਰਿਹਾ ਜਹਾਜ਼ ਦੇ ਵਿੱਚ। ਆਹ ਸੋਨਾ, ਚਾਂਦੀ, ਮਾਲ, ਰੁਪਈਏ, ਧਨ ਦੌਲਤ, ਆਹੀ ਕੁਛ ਲੱਦਿਆ ਹੈ, ਲੱਦ ਰਿਹਾ ਹੈ। ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ। ਕਹਿੰਦੇ ਇੰਨਾ ਡੂੰਘਾ ਜਲ ਆ, ਔਰ ਇੰਨਾ ਜਿਹੜਾ ਹੈਗਾ ਭਿਆਨਕ ਹੈਗਾ, ਇੰਨਾ ਭਿਆਨਕ ਸਾਗਰ ਹੈਗਾ ਇਹ ਵਿਸ਼ੇ ਵਿਕਾਰਾਂ ਦਾ ਸਾਗਰ, ਸੰਸਾਰ ਸਮੁੰਦਰ। ਬਾਬਾ ਜਗ ਫਾਥਾ ਮਹਾਜਾਲ। ਕਹਿੰਦੇ ਆ ਸੰਸਾਰ, ਇਹਦੇ ਵਿੱਚ ਸਾਰੀ ਦੁਨੀਆ ਜਿਹੜੀ ਹੈਗੀ ਇਹ ਮਹਾਜਾਲ ਦੇ ਵਿੱਚ ਫਸੀ ਹੋਈ ਹੈ। ਮਹਾਰਾਜ ਜੀ, ਕੋਈ ਨਿਕਲਣ ਦਾ ਚਾਂਸ ਹੈ? ਗੁਰ ਪ੍ਰਸਾਦੀ ਉਭਰੇ ਸੱਚਾ ਨਾਮ ਸੰਭਾਲ ਰਹਾਓ। ਕਹਿੰਦੇ ਗੁਰੂ ਦੀ ਪ੍ਰਸਾਦ, ਗੁਰੂ ਬ੍ਰਹਮ ਗਿਆਨੀ, ਆਪ ਬ੍ਰਹਮ ਗਿਆਨ ਲੈ ਲਾ, ਉੱਭਰ ਜਾਏਗਾ। ਡੁੱਬ ਰਿਹਾ ਹੈ ਨਾ, ਉੱਪਰ ਜਾਏਗਾ। ਪਹਿਲਾਂ ਤਾਂ ਸਾਹ ਆਊਗਾ ਤੈਨੂੰ, ਤੇ ਚੰਗੇ ਖਿੱਚਵੇਂ ਸਾਹ ਲੈ ਲਈ, ਥੋੜਾ ਜਿਹਾ ਹੋਸ਼ ਆ ਜਾਏਗੀ ਤੇਰੀ। ਗੁਰ ਪ੍ਰਸਾਦੀ ਉਭਰੇ ਸੱਚਾ ਨਾਮ ਸੰਭਾਲ। ਲੈ ਕੇ ਆ ਮਾਲਕ ਪਰਮਾਤਮਾ ਦੀ ਯਾਦ ਨੂੰ, ਮਾਲਕ ਨੂੰ ਆਪਣੇ ਜੀਵਨ ਦੇ ਵਿੱਚ, ਉਹਦੇ ਧਿਆਨ ਨੂੰ ਲੈ ਕੇ ਆ, ਸੱਚੇ ਨਾਮ ਨੂੰ ਸੰਭਾਲ, ਉੱਭਰ ਜਾਏਗਾ। ਰਹਾਓ। ਸਤਿਗੁਰੂ ਹੈ ਬੋਹਿਤਾ ਸ਼ਬਦ ਲੰਘਾਵਣ ਹਾਰ। ਕਹਿੰਦੇ ਗੁਰੂ, ਆਹ ਜਿਹੜੇ ਇਹ ਅੱਖਰ ਜਿਹੜੇ ਹੈਗੇ ਇਹ ਪਿਆਰਿਆ, ਐਵੇਂ ਨਾ ਸਮਝ, ਇਹ ਅੱਖਰ ਜਹਾਜ਼ ਹੈਗੇ। ਇਹ ਅੱਖਰਾਂ ਦੇ ਨਾਲ, ਇਹਨਾਂ ਅੱਖਰਾਂ ਨੂੰ ਫੜ ਲਾ। ਸਤਿਗੁਰੂ ਹੈ ਬੋਹਿਤਾ ਸ਼ਬਦ ਲੰਘਾਵਣ ਹਾਰ। ਆ ਬੁੱਝ ਲੈ ਸ਼ਬਦ ਨੂੰ, ਕੀ ਕਰਨਾ ਹੈ ਕਾਰਵਾਈ, ਬੁੱਝ ਲੈ ਇਹ ਅੱਖਰਾਂ ਦੇ ਨਾਲ ਕੀ ਕੰਮ, ਐਕਸ਼ਨ ਕੀ ਕਰਨ ਨੂੰ ਕਹਿ ਰਹੇ ਹੈ। ਸਤਿਗੁਰੂ ਹੈ ਬੋਹਿਤਾ ਸ਼ਬਦ ਲੰਘਾਵਣ ਹਾਰ, ਤਿੱਥੇ ਪਵਨ ਨਾ ਭਾਵ ਕੋ ਨਾ ਜਲ ਨਾ ਆਕਾਰ। ਦੇਖ ਲਾ ਪਿਆਰਿਆ, ਉੱਥੇ ਆ ਸੰਸਾਰ ਸਮੁੰਦਰ ਦੀ ਜਿਹੜੀ ਹੈਗੀ ਆ, ਇਹ 5 ਤੱਤਾਂ ਦੀ ਰਚਨਾ ਜਿਹੜੀ ਹੈਗੀ ਆ, ਨਾ ਇਹ ਤ੍ਰਿਸ਼ਨਾ ਦਾ ਜਲ, ਨਾ ਇਹ ਜਿਹੜੀ ਹੈਗੀ ਆਕਾਰ ਜਿਹੜੇ ਹੈਗੇ ਆ, ਪਦਾਰਥ ਜਿਹੜੇ ਹੈਗੇ, ਨਾ ਇਹ ਤੱਤ ਜਿਹੜੇ ਹੈਗੇ 5 ਤੱਤਾਂ ਦੀ ਰਚਨਾ, ਨਾ ਕੋਈ ਜਿਹੜਾ ਹੈਗਾ ਜਹਾਜ਼ ਜਿਹਦੇ ਵਿੱਚ ਤੇਰੇ ਜਹਾਜ਼ ਨੂੰ ਜਿਹੜਾ ਹੈਗਾ ਹਵਾ, ਝੋਂਕਾ ਜਿਹੜਾ ਹੈਗਾ, ਝੱਖੜ, ਨਾ ਜਿਹੜੀ ਤ੍ਰਿਸ਼ਨਾ ਦੀ ਪਦਾਰਥਾਂ ਦੀ ਜਿਹੜੀ ਹੈਗੀ ਆ ਅੱਗ, ਨਾ ਜਲ ਨਾ ਆਕਾਰ। ਤਿੱਥੇ ਸੱਚਾ ਸੱਚ ਨਾਏ ਪਹੁੰਚਲ ਤਾਰਨਹਾਰ। ਉੱਥੇ ਪਾਈ, ਦੇਖ ਲਾ ਇਹ ਸ਼ਬਦ, ਇਹ ਜਹਾਜ਼ ਸਤਿਗੁਰੂ ਦਾ, ਉੱਥੇ ਕੌਣ ਆ? ਸੱਚਾ ਆ ਪਰਮਾਤਮਾ, ਉਹਦਾ ਨਾਮ ਹੈਗਾ ਪੌਜਲ ਤਾਰਨਹਾਰ। ਇਸ ਤਰ੍ਹਾਂ ਜਿਹੜਾ ਹੈਗਾ ਇਹ ਪੌਜਲ ਸੰਸਾਰ ਜਿਹੜਾ ਹੈਗਾ ਉਹਨੂੰ ਤਾਰ ਦੇਗਾ, ਜੇ ਤਾਂ ਤੂੰ ਸਤਿਗੁਰੂ ਹੈ ਬੋਹਿਤਾ ਸ਼ਬਦ ਲੰਘਾਵਣ ਹਾਰ। ਜੇ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਗੁਰੂ ਵਾਲੇ ਜਹਾਜ਼ ਦੇ ਵਿੱਚ ਚੜ੍ਹ ਜਾਏਗਾ, ਤੇ ਇਹ ਧਿਆਨ ਸਿਮਰਨ ਵਾਲੇ ਜਹਾਜ਼ ਦੇ ਵਿੱਚ, ਪ੍ਰੇਮਾ ਭਗਤੀ ਵਾਲੇ ਜਹਾਜ਼ ਦੇ ਵਿੱਚ ਚੜ੍ਹ ਜਾਏਗਾ, ਤਾਂ ਸਿਰਫ ਮਾਲਕ ਪਰਮਾਤਮਾ ਦੀ ਯਾਦ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਹੈ, ਬੈਠਣਾ ਹੈ, ਵਿਚਾਰ ਬੰਦ ਕਰਨੇ। ਗੁਰਮੁਖ ਲੰਗੇ ਸੇ ਪਾਰ ਪਾਏ, ਸੱਚੇ ਸਿਉ ਲਿਵ ਲਾਏ। ਆ ਦੇਖੋ ਮਹਾਰਾਜ ਦੱਸ ਰਹੇ ਪਾਏ, ਜਿਹੜੇ ਇਸ ਤਰ੍ਹਾਂ ਗੁਰੂ ਦੇ ਰਾਹੀਂ, ਜਿਹੜੇ ਇਸ ਤਰੀਕੇ ਦੇ ਨਾਲ ਸਤਿਗੁਰੂ ਹੈ ਬੋਹਿਤਾ, ਇਸ ਬੋਹਿਤੇ ਦੇ ਵਿੱਚ ਬੈਠੇ,
ਗੁਰਮੁਖੇ ਲੰਘੇ, ਇਹਨੂੰ ਕਹਿੰਦੇ ਗੁਰੂ ਦੇ ਰਾਹੀਂ ਲੰਘ ਗਏ ਪਾਈ। ਸੇ ਪਾਰ ਪਏ ਸੰਸਾਰ ਸਮੁੰਦਰ ਤੋਂ ਪਾਰ ਗਏ ਔ ਗਏ ਹੋ। ਸੱਚੇ ਸਿਉ ਲਿਵ ਲਾਏ, ਕਿਉਂ? ਉਹਨਾਂ ਨੇ ਲਿਵ ਲਗਾ ਲਈ ਮਾਲਕ ਪਰਮਾਤਮਾ ਦੇ ਨਾਲ। ਪਰਮਾਤਮਾ ਦੇ ਨਾਲ ਲਿਵ ਲਗਾਉਣ ਨਾਲ ਕੀ ਫਾਇਦਾ ਹੋ ਗਿਆ? ਮਾਇਆ ਦੀ ਲਿਵ ਟੁੱਟ ਗਈ, ਮਾਇਆ ਦੇ ਸੰਸਕਾਰ ਛੁੱਟ ਗਏ। ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਗੁਰਮੁਖ ਲੰਘੇ ਸੇ ਪਾਰ ਪਏ, ਸੱਚੇ ਸਿਉ ਲਿਵ ਲਾਏ। ਆਵਾ ਗਾਉਣ ਨਿਵਾਰਿਆ, ਜੋਤੀ ਜੋਤ ਮਿਲਾਏ। ਆਉਣਾ ਜਾਣਾ ਖਤਮ ਹੋ ਗਿਆ ਪਾਏ। ਜੋਤ ਦੇ ਵਿੱਚ ਜੋਤ ਰਲ ਗਈ, ਅਸਲੀ ਰੂਪ ਦੇ ਵਿੱਚ ਆ ਗਿਆ। ਆਪਣਾ ਜਿਹੜਾ ਅਸਲੀ ਰੂਪ ਸੀਗਾ, ਅਸਲੀ ਟਿਕਾਣਾ ਮਿਲ ਗਿਆ। ਗੁਰਮਤੀ ਸਹਿਜ ਉਪਜੈ, ਸੱਚੇ ਰਹੇ ਸਮਾਏ। ਕਹਿੰਦੇ ਇਹ ਗੁਰੂ ਦੀ ਮੱਤ ਦੇ ਦੁਆਰਾ ਇਸ ਅਵਸਥਾ, ਅਸਹਿਜ ਅਵਸਥਾ ਆ ਸਕਦੀ ਹੈ ਪਾਏ, ਜਿੱਥੇ ਮਾਇਆ ਜਿਹੜੀ ਪਦਾਰਥ ਜਿਹੜੇ ਚੋਗਾ ਜਿਹੜੇ ਆ ਸੰਸਾਰ ਜਿਹੜਾ ਹੈਗਾ ਉਹਦੇ ਵਿੱਚ ਰਹਿ ਕੇ ਔਰ ਜਿਹੜਾ ਹੈਗਾ ਉਸ ਚੋਂ ਤਰ ਸਕਦਾ ਇਨਸਾਨ, ਸੱਚੇ ਦੇ ਵਿੱਚ ਸਮਾਇਆ ਰਹੇਗਾ। ਗੁਰਮਤੀ ਸਹਿਜ ਉਪਜੈ, ਸੱਚੇ ਰਹੇ ਸਮਾਏ। ਸੱਪ ਪਿੜਾਈ ਪਾਈਐ, ਬਿਖ ਅੰਤਰ ਮਨੇ ਰੋਸ। ਦੇਖ ਪਿਆਰਿਆ, ਭਗਤੀ ਕਰਨੀ ਸ਼ੁਰੂ ਕੀਤੀ ਹੈ ਨਾ, ਜਦ ਤੱਕ ਤੇਰੇ ਅੰਦਰ ਜਿਹੜਾ ਹੈਗਾ ਇਹ ਮਾਇਆ ਜਿਹੜੀ ਹੈਗੀ ਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਆ, ਇਹਨਾਂ ਨੇ ਤਦ ਤੱਕ ਨਹੀਂ ਜਾਣਾ ਜਦ ਤੱਕ ਕਿ ਤੂੰ ਜਿਹੜਾ ਹੈਗਾ ਇਹ ਤੇਰੇ ਅੰਦਰ ਤੇਰਾ ਮਨ ਪੂਰੀ ਤਰ੍ਹਾਂ ਨਿਰਮਲ ਨਹੀਂ ਹੋ ਗਿਆ। ਸੱਪ ਪਿੜਾਈ ਪਾਈ ਹੈ, ਵਿਖ ਅੰਤਰ ਮਨੇ ਰੋਸ। ਹਾਲੇ ਤੈਨੂੰ ਲੱਗਣਾ ਹੈ ਵੀ ਤੂੰ ਜਿਹੜਾ ਹੈਗਾ ਬੜਾ, ਤੇਰੇ ਅੰਦਰ ਜਿਹੜਾ ਹੈਗਾ ਬੜਾ ਜਿਹੜਾ ਹੈਗਾ ਸ਼ਾਂਤੀ ਆ ਗਈ, ਇੱਕਦਮ ਜਿਹੜਾ ਹੈਗਾ ਮਨ ਵਿਚਾਰ ਬੰਦ ਹੋ ਗਏ। ਕਹਿੰਦੇ ਪਿਆਰਿਆ, ਹਾਲੇ ਜਿਹੜਾ ਸੱਪ ਹੈਗਾ ਨਾ, ਇਹਨੂੰ ਜਿਹੜਾ ਹੈਗਾ ਪਿਟਾਰੀ ਦੇ ਵਿੱਚ ਬੰਨ ਕੀਤਾ ਹੈ ਤੇਰੇ ਮਨ ਨੇ। ਇਹ ਸੱਪ ਹੈਗਾ, ਸੱਪ ਜ਼ਹਿਰ ਨਹੀਂ ਛੱਡਿਆ ਹਾਲੇ ਨੇ। ਸੱਪ ਪਿੜਾਈ ਪਾਈ ਹੈ, ਵਿਖ ਅੰਤਰ ਮਨੇ ਰੋਸ। ਹਾਲੇ ਉਹਦੇ ਅੰਦਰ ਪੂਰਾ ਕ੍ਰੋਧ ਪਿਆ ਹੋਇਆ ਹੈ। ਹਾਲੇ ਤਾਂ ਉਹ ਜਿਹੜਾ ਹੈਗਾ ਪਿਟਾਰੀ ਦੇ ਵਿੱਚ ਹੋਇਆ, ਬਿਖ ਵੀ ਉਹਦੇ ਅੰਦਰ ਪੂਰੀ ਪਈ ਹੋਈ ਹੈ। ਉਹਦਾ ਭਰੋਸਾ ਨਾ ਕਰੀ। ਸੱਪ ਪਿੜਾਈ ਪਾਈ ਹੈ, ਬਿਖ ਅੰਤਰ ਮਨੇ ਰੋਸ। ਪੂਰਬ ਲਿਖਿਆ ਪਾਈ ਹੈ, ਕਿਸ ਨੂੰ ਦੀਜੇ ਦੋਸ। ਉਹਨੇ ਡੰਗ ਮਾਰਨੇ ਆ, ਹਾਲੇ ਵੀ ਡੰਗ ਮਾਰਨੇ ਆ ਪਿਆਰਿਆ। ਨਾ ਘਬਰਾਈ, ਪਿਛਲੇ ਸੰਸਕਾਰ ਤੇਰੇ ਹੈਗੇ ਹਾਲੇ। ਉਹਨੇ ਡੰਗ, ਜਦ ਅਵਸਰ ਮਿਲਿਆ ਉਹਨੇ ਡੰਗ ਮਾਰ ਦੇਣਾ ਤੈਨੂੰ, ਫਿਰ ਉੱਠ ਜਾਣਾ ਉਸੇ ਟਾਈਮ, ਫਿਰ ਭਗਤੀ ਸ਼ੁਰੂ ਕਰ ਦੀ। ਕਿਸ ਨੂੰ ਦੀਜੇ ਦੋਸ਼ ਕਿਹਨੂੰ ਦੇਂਗਾ ਤੂੰ? ਆ ਤਾਂ ਗੇਮ ਪਾਈ ਹੋਈ ਆ ਮਾਲਕ ਪਰਮਾਤਮਾ ਨੇ, ਮਾਲਕ ਨੇ ਪਾਈ ਹੋਈ ਆ ਗੇਮ। ਐਸੇ ਤਰੀਕੇ ਦੇ ਨਾਲ ਗੋਲ ਖਾ ਕੇ ਫਿਰ ਗੋਲ ਕਰਨੇ ਆ। ਸੱਪ ਪਿੜਾਈ ਪਾਈ ਹੈ, ਵਿਖ ਅੰਤਰ ਮਨੇ ਰੋਸ। ਪੂਰਬ ਲਿਖਿਆ ਪਾਈ ਹੈ। ਕਹਿੰਦੇ ਪੂਰਬ ਲਿਖਤੇ ਪਹਿਲਾਂ ਜਿਹੜੇ ਸੰਸਕਾਰ ਤੇਰੇ ਬਣੇ ਹੋਏ ਆ, ਤੇਰੇ ਹਿਰਦੇ ਦੇ ਵਿੱਚ ਸਾਰੇ ਉਗੜੇ ਪਏ ਆ। ਉਹ ਮਨ ਨੂੰ ਚਾਂਸ ਮਿਲ ਗਿਆ, ਉਹਨੇ ਉਸੇ ਟਾਈਮ ਜਿਹੜਾ ਹੈਗਾ ਇੰਨੇ ਦਿਨ ਜਿਹੜੇ ਹੈਗੇ ਤੂੰ ਰੋਕ ਕੇ ਰੱਖਿਆ, ਬੰਦ ਕੀ ਕੀਤੀ, ਉਹਨੇ ਫਿਰ ਜਿਹੜਾ ਠੋਕ ਦੇਣਾ ਹੈ। ਕੋਈ ਪ੍ਰੋਬਲਮ ਨਹੀਂ ਹੈ। ਕਹਿੰਦੇ ਪੂਰਬ ਲਿਖਿਆ ਪਾਈ ਹੈ, ਕਿਸ ਨੂੰ ਦੀਜੇ ਦੋਸ਼। ਕਹਿੰਦੇ ਕਿਹਨੂੰ ਦੋਸ਼ ਦੇਂਗਾ ਦੱਸ? ਇਹ ਤਾਂ ਗੇਮ ਹੈ ਮਾਲਕ ਪਰਮਾਤਮਾ ਦੀ। ਐਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਕੋਈ ਵੀ ਚੀਜ਼ ਹੈ, ਕੋਈ ਗੇਮ ਸਿੱਖਦੇ ਹਾਂ ਆਪਾਂ, ਤੇ ਇੱਕਦਮ ਪਰਫੈਕਟ ਥੋੜੀ ਨਾ ਹੁੰਦੇ ਆਪਾਂ। ਪਹਿਲਾਂ ਜਿਹੜੇ ਹੈਗੇ ਆ ਆਪਾਂ ਜਿਹੜੇ ਹੈਗੇ ਉਹਦੇ ਵਿੱਚੋਂ ਕਈ ਹਾਰ ਕੇ ਹੀ ਜਿਹੜਾ ਹੈਗਾ ਹੌਲੀ ਹੌਲੀ ਟੈਕਨੀਕ ਪਤਾ ਲੱਗਦੀ ਆ, ਤੇ ਫਿਰ ਜਿੱਤਣਾ ਸ਼ੁਰੂ ਹੋ ਜਾਂਦਾ ਇਨਸਾਨ। ਸੱਪ ਪਿੜਾਈ ਪਾਈ ਹੈ, ਵਿਖ ਅੰਤਰ ਮਨੇ ਰੋਸ। ਪੂਰਬ ਲਿਖਿਆ ਪਾਈ ਹੈ, ਕਿਸ ਨੂੰ ਦੀਜੇ ਦੋਸ। ਗੁਰਮੁਖੇ ਗਾਰੁੜ ਜੇ ਸੁਣੇ, ਮੰਨੇ ਨਾਉ ਸੰਤੋਸ਼। ਹਾਂ ਦੇਖ ਲਾ ਪਿਆਰਿਆ, ਆ ਗੁਰੂ ਦੀ ਮੱਤ ਹੈਗੀ। ਗੁਰੂ ਦੇ ਮੁਖ ਤੋਂ ਜਿਹੜਾ ਆ ਗਰੁੜ ਮੰਤਰ ਤੈਨੂੰ ਦੱਸ ਦਿੱਤਾ, ਧਿਆਨ ਸਿਮਰਨ, ਇਹਨੂੰ ਨਾ ਛੱਡੀ। ਬਸ ਇਹਨੂੰ ਮੰਨ ਲਿਆ, ਇਹਨੂੰ ਮਨ ਦੇ ਵਿੱਚ ਵਸਾਈ ਜਾਏਗਾ, ਤੇ ਇੱਕ ਟਾਈਮ ਆਏਗਾ ਜਦ ਤੂੰ ਪੂਰਾ ਸੈਟਿਸਫਾਈ ਹੋ ਜਾਏਗਾ, ਜਦ ਇਹ ਸੱਪ ਜਿਹੜਾ ਹੈਗਾ ਪੂਰੀ ਤਰ੍ਹਾਂ ਤੇਰੇ ਕੰਟਰੋਲ ਦੇ ਵਿੱਚ ਆ ਜਾਏਗਾ, ਜ਼ਹਿਰ ਛੱਡ ਦੇਗਾ। ਮਾਗਰ ਮੱਛ ਫਾਈਏ, ਕੁੰਡੀ ਜਾਲ ਵਤਾਏ। ਦੇਖ ਲਓ ਵੱਡੇ ਵੱਡੇ ਕਹਿੰਦੇ ਇਹ ਮਨ ਹੈ ਕੀ ਚੀਜ਼ ਆ। ਵੱਡਾ ਮਗਰਮੱਛ ਜਿਹੜਾ ਹੈਗਾ ਇਹਨੂੰ ਵੀ ਜਿਹੜਾ ਹੈਗਾ ਫਸਾ ਲਿਆ ਜਾਂਦਾ ਹੈ ਕੁੰਡੀ ਜਾਲ ਦੇ ਨਾਲ। ਚੰਗੇ ਤੋਂ ਚੰਗਾ ਮਗਰਮੱਛ ਵੀ ਫਸ ਜਾਂਦਾ ਹੈ ਭਾਈ। ਇਹ ਮਨ ਹੈ ਕੀ ਚੀਜ਼। ਦੁਰਮਤੇ ਫਾਥਾ ਪਾਈਏ, ਫਿਰ ਪਛੋਤਾਏ।
मगरमच्छ फहाइए कुंडी जाल बताए, दुर्मते बाथा भाहीए फिर पछताए। और मन तेरा ऐसा हैगा, ਭੈੜੀ ਮੱਤ ਹੈ, ਇਹਦੇ ਸੰਸਕਾਰ ਹੈਗੇ ਉਗੜੇ ਹੋਏ, ਇਸ ਕਰਕੇ ਇਹ ਫਾਹੀ ਦੇ ਵਿੱਚ ਫਸਿਆ ਹੋਇਆ ਹੈ ਔਰ ਬਾਰ-ਬਾਰ ਪਛਤਾਉਂਦਾ ਹੈ, ਫਿਰ ਕਰਕੇ ਔਗਣ ਕਰਕੇ ਫਿਰ ਪਛਤਾਉਂਦਾ ਹੈ। ਜੰਮਣ ਮਰਨ ਨਾ ਸੂਝੇ ਕਿਰਤ ਨਾ ਮੇਟਿਆ ਜਾਏ। ਤੇ ਜੇ ਤੂੰ ਨਹੀਂ ਇਸ ਮਗਰਮੱਛ ਨੂੰ ਫੜੇਗਾ ਪਿਆਰਿਆ, ਨਹੀਂ ਇਸ ਮਨ ਨੂੰ ਰੋਕੇਗਾ ਆ ਧਿਆਨ ਸਿਮਰਨ ਦੇ ਦੁਆਰਾ, ਪਰ ਪਰਮੇਸ਼ਰ ਦੀ ਭਗਤੀ ਦੇ ਦੁਆਰਾ, ਗੁਰਮੁਖ ਸਿਸਟਮ ਦੇ ਦੁਆਰਾ ਇਹ ਗਾਰੁੜ ਮੰਤਰ ਨਹੀਂ ਲਏਗਾ, ਜੰਮਣ ਮਰਨ ਨਾ ਸੂਝੇ ਕਿਰਤ ਨਾ ਮੇਟਿਆ ਜਾਏ। ਪਿਆਰਿਆ ਆ ਜੰਮਣ ਮਰਨ ਐਸੇ ਤਰੀਕੇ ਦੇ ਨਾਲ ਚੱਲਣਾ ਹੈ ਪਿਆਰਿਆ, ਔਰ ਇਹ ਕਿਰਤ ਜਿਹੜਾ ਹੈਗਾ ਤੇਰਾ ਨਹੀਂ ਮਿਟੇਗਾ, ਇਹ ਸੰਸਕਾਰ ਨਹੀਂ ਮਿਟਣਗੇ ਔਰ ਤੈਨੂੰ ਸੋਝੀ ਨਹੀਂ ਆਏਗੀ। ਔਰ ਇਹਨੇ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਇਸ ਤਰ੍ਹਾਂ ਤੈਨੂੰ ਮੌਤ ਚੇਤੇ ਹੀ ਨਹੀਂ ਆਉਣ ਦੇਣੀ। ਇਹਨੇ ਜੰਮਣ ਮਰਨ ਨਾ ਸੂਝੇ, ਸੋਝੀ ਨਹੀਂ ਹੋਣ ਦੇਣੀ ਤੈਨੂੰ ਵੀ ਜਨਮ ਮਰਨ ਦੇ ਗੇੜ 'ਚ ਆ ਤੂੰ। ਆ ਕਿਰਤ ਨਹੀਂ ਮਿਟੇਗਾ ਤੇਰਾ, ਇਹ ਸੰਸਕਾਰ ਨਹੀਂ ਮਿਟਣਗੇ। ਹਉਮੈ ਬਿਖ ਪਾਏ ਜਗਤ ਉਪਾਇਆ, ਸ਼ਬਦ ਵਸੈ ਬਿਖ ਜਾਏ। ਆ ਜ਼ਹਿਰ ਹੈਗੀ ਆ ਮਨ ਦੀ, ਮੈਂ ਮੇਰੀ ਆਪਣੀ ਮੱਤ ਆ ਮਾਲਕ ਨੇ ਪਾਈ ਹੋਈ ਹੈ। ਹਉਮੈ ਬਿਖ ਪਾਏ ਜਗਤ ਉਪਾਇਆ, ਸੰਸਾਰ ਇਸ ਤਰ੍ਹਾਂ ਪੈਦਾ ਹੁੰਦਾ ਹੈ। ਸ਼ਬਦ ਵਸੈ ਬਿਖ ਜਾਏ। ਆ ਧਿਆਨ ਸਿਮਰਨ ਬੰਦਗੀ ਕਰੇਗਾ, ਪਰਮੇਸ਼ਰ ਦੀ ਯਾਦ, ਪਰਮੇਸ਼ਰ ਨੂੰ ਮਨ 'ਚ ਵਸਾਏਗਾ ਤੇ ਇਹ ਜ਼ਹਿਰ ਜਿਹੜੀ ਹੈਗੀ ਚਲੇ ਜਾਏਗੀ, ਇਹ ਹਉਮੈ ਦੀ ਬਿਖ ਦੂਰ ਹੋ ਜਾਏਗੀ। ਜਰਾ ਜੋ ਨਾ ਸਕੇ ਸੱਚ ਰਹੇ ਲਿਵ ਲਾਏ। ਔਰ ਇਹ ਜਿਹੜਾ ਹੈਗਾ ਇਹ ਬੁਢੇਪਾ ਜਿਹੜਾ ਹੈਗਾ, ਇਹ ਸਰੀਰ ਜਿਹੜਾ ਹੈਗਾ, ਇਹ ਤੇਰਾ ਇਸੇ ਸਰੀਰ ਦੇ ਵਿੱਚ, ਇਸੇ ਜਨਮ ਦੇ ਵਿੱਚ ਤੇਰੀ ਯਾਤਰਾ ਪੂਰੀ ਹੋ ਜਾਏਗੀ ਔਰ ਤੈਨੂੰ ਆਤਮਿਕ ਮੌਤ ਨਹੀਂ ਦੇ ਸਕੇਗੀ ਇਹ ਜਰਾ, ਕਿਉਂਕਿ ਸਰੀਰ ਨੇ ਤਾਂ ਬੁੱਢਾ ਹੋਣਾ ਹੀ ਹੈ। ਉਸ ਤੋਂ ਪਹਿਲਾਂ ਤੂੰ ਜਿਹੜਾ ਹੈਗਾ ਯਾਤਰਾ ਕਰ ਲਏਗਾ। ਜਰਾ ਜੋ ਨਾ ਸਕੇ ਸੱਚ ਰਹੇ ਲਿਵ ਲਾਏ। ਆਖਰੀ ਦਮ ਤੱਕ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਬੁਢੇਪਾ ਭਗਤੀ ਤੋਂ ਨਹੀਂ ਰੋਕ ਸਕੇਗਾ। ਸੱਚ ਦੇ ਨਾਲ ਤੇਰੀ ਲਿਵ ਲੱਗੀ ਰਹੇਗੀ। ਜੀਵਨ ਮੁਕਤ ਸੋ ਆਖੀਏ ਜਿਸ ਵਿੱਚੋਂ ਹਉਮੈ ਜਾਏ। ਮੁਕਤ ਭਾਈ ਉਹੀ ਹੈਗਾ ਜੀਵਨ ਮੁਕਤ, ਬਾਣੀ ਦੇ ਅਨੁਸਾਰ ਬਾਣੀ ਸਰਟੀਫਾਈ ਕਰ ਰਹੀ ਹੈ। ਜਿਹਦੇ ਵਿੱਚੋਂ ਹਉਮੈ ਚਲੀ ਗਈ, ਆਪਣੀ ਮੱਤ ਚਲੀ ਗਈ ਭਾਈ, ਉਹ ਜੀਵਨ ਮੁਕਤ ਹੈਗਾ। ਤੰਦੇ ਧਾਵਤ ਜਗ ਬਾਂਧਿਆ ਨਾ ਬੂਝੈ ਵਿਚਾਰ। ਆ ਦੁਨੀਆ ਦੇ ਧੰਦੇ ਹੈਗੇ, ਕਹਿੰਦੇ ਜੀ ਸਾਨੂੰ ਤਾਂ ਫੁਰਸਤ ਹੀ ਨਹੀਂ ਹੈ। ਕਹਿੰਦੇ ਸੰਸਾਰ ਬੰਨਿਆ ਪਿਆ ਹੈ ਧੰਦਿਆਂ ਦੇ ਵਿੱਚ, ਦੌੜ ਰਿਹਾ 24 ਘੰਟੇ। ਆ ਬੰਨਿਆ ਹੋਇਆ, ਮਾਇਆ ਨੇ ਬੰਨਿਆ ਹੋਇਆ ਧੰਦਿਆਂ ਦੇ ਵਿੱਚ। ਆ ਵਿਚਾਰ ਨਹੀਂ ਬੁੱਝਣੀ ਉਹਨੇ, ਆ ਵਿਚਾਰ ਨਹੀਂ ਲੈਣੀ। ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ, ਮਨਮੁਖ ਮੁਗਧ ਗਵਾਰ। ਕਹਿੰਦੇ ਉਹ ਤਾਂ ਫਿਰ ਮਨ ਦੇ ਪਿੱਛੇ ਆ ਭਾਈ, ਹਉਮੈ ਦੇ ਵਿੱਚ ਹੈਗਾ, ਮੁਗਧਿਆ ਮੂਰਛਤ ਹੈਗਾ ਔਰ ਗਵਾਰ ਵੀ ਹੈਗਾ ਭਾਈ। ਜੰਮਣ ਮਰਨ ਭੁਲਾ ਦਿੱਤਾ ਉਹਨੇ ਮਰਨਾ ਹੀ ਭੁੱਲ ਗਿਆ ਉਹਨੂੰ। ਗੁਰ ਰਾਖੇ ਸੇ ਉਭਰੇ ਸੱਚਾ ਸ਼ਬਦ ਵਿਚਾਰ। ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ, ਗੁਰੂ ਤਾਂ ਜਿਹੜੇ ਹੈਗੇ ਆ, ਗੁਰੂ ਦੀ ਮੱਤ ਯੂਨੀਵਰਸਲ ਹੈ, ਸਾਰਿਆਂ ਦੇ ਵਾਸਤੇ ਹੈਗੀ ਭਾਈ। ਜਿਹੜਾ ਵੀ ਲੈ ਲਏਗਾ ਉਹ ਸੰਸਾਰ ਸਮੁੰਦਰ ਤੋਂ ਉੱਭਰ ਜਾਏਗਾ। ਕਿਹੜਾ ਲੈ ਲਏਗਾ? ਜਿਹੜਾ ਇਹ ਸੱਚੇ ਸ਼ਬਦ ਨੂੰ, ਇਹਦੇ ਵਿੱਚੋਂ, ਇਹ ਮੱਤ ਤੋਂ, ਇਹ ਧਿਆਨ ਸਿਮਰਨ ਵਾਲੇ ਵਿਚਾਰ ਨੂੰ ਸਮਝ ਲਏਗਾ ਔਰ ਇੰਪਲੀਮੈਂਟ ਕਰ ਲਏਗਾ। ਆਖਰੀ ਬੰਦ, ਅੱਜ ਦਾ ਆਖਰੀ। ਸੁਹਟ ਪਿੰਜਰ ਪ੍ਰੇਮ ਕਹਿ ਬੋਲੇ ਬੋਲਣ ਹਾਰ। ਦੇਖ ਲਾ ਪਿਆਰਿਆ, ਉਹ ਮਾਲਕ ਪਰਮਾਤਮਾ ਦੇ ਪਿੰਜਰੇ ਦੇ ਵਿੱਚ ਚਲੇ ਜਾ। ਗੁਰੂ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦਾ ਪਿੰਜਰਾ ਦੇ ਰਹੇ ਤੈਨੂੰ। ਇਹ ਬਾਣੀ ਪਿੰਜਰਾ ਦੇ ਰਹੀ ਹੈ ਪਿਆਰਿਆ। ਇਸ ਬਾਣੀ, ਇਹ ਪਿੰਜਰੇ ਦੇ ਵਿੱਚ ਵੜ ਜਾ। ਮਾਇਆ ਜਿਹੜੀ ਮਾਇਆ ਬਿੱਲਾ ਤੈਨੂੰ ਨਹੀਂ ਖਾ ਸਕੇਗਾ, ਤੇਰੀ ਆਤਮਿਕ ਮੌਤ ਨਹੀਂ ਕਰ ਸਕੇਗਾ। ਸੁਹਟ ਕਹਿੰਦੇ ਤੋਤਾ, ਹੇ ਤੋਤੇ, ਹੇ ਮੇਰੇ ਮਨਾ, ਪਿੰਜਰ ਪ੍ਰੇਮ ਕਹਿ। ਇਸ ਪਿੰਜਰੇ ਦੇ ਵਿੱਚ ਮਾਲਕ ਦੀ ਬੰਦਗੀ ਸ਼ੁਰੂ ਕਰ ਦੇ। ਆਪਣੇ ਅੰਦਰ ਵੜ ਜਾ ਪਿੰਜਰੇ ਦੇ ਵਿੱਚ। ਸੁਹਟ ਪਿੰਜਰ ਪ੍ਰੇਮ ਕਹਿ ਬੋਲੇ ਬੋਲਣ ਹਾਰ। ਆ ਸ਼ੁਰੂ ਕਰ ਦੇ, ਆ ਬੋਲ ਸ਼ੁਰੂ ਕਰ ਦੇ, ਆ ਸ਼ੁਰੂ ਕਰ ਦੇ ਮਿੱਟੂ, ਸ਼ੁਰੂ ਕਰ ਦੇ। ਸੁਹਟ ਪਿੰਜਰ ਪ੍ਰੇਮ ਕਹਿ ਬੋਲੇ ਬੋਲਣ ਹਾਰ। ਸੱਚ ਚੁਗੇ ਅੰਮ੍ਰਿਤ ਪੀਏ ਉਡੇ ਤਾਂ ਏਕਾ ਵਾਰ। ਆ ਸੱਚ ਹੈਗਾ, ਚੋਗਾ ਪਿਆ ਹੋਇਆ। ਇਹ ਸੱਚ ਦਾ ਚੋਗਾ ਅੰਦਰ ਹੈਗਾ, ਅੰਮ੍ਰਿਤ ਅੰਦਰ ਹੈਗਾ। ਇਹ ਅੰਮ੍ਰਿਤ ਨੂੰ ਪੀ ਲਾ, ਸੱਚ ਦੇ ਚੋਗੇ ਨੂੰ ਚੁਗ ਲਾ, ਬਸ ਇੱਕੋ ਵਾਰੀ ਮੁਕਤ ਹੋ ਜਾ।
ਸੂਹਟ ਪਿੰਜਰ ਪ੍ਰੇਮ ਕੈ, ਅੰਦਰ ਮੁਕਤੀ ਹੈਗੀ, ਪਿੰਜਰੇ ਦੇ ਅੰਦਰ ਵੜਾਂਗੇ ਤੇ ਮੁਕਤ ਹੋ ਜਾਵਾਂਗੇ। ਕੈਸੀ ਗੇਮ ਹੈ ਮਾਲਕ ਪਰਮਾਤਮਾ ਦੀ। ਸੂਹਟ ਪਿੰਜਰ ਪ੍ਰੇਮ ਕੈ, ਬੋਲੇ ਬੋਲਣ ਹਾਰ, ਸੱਚ ਚੁਗੈ ਅੰਮ੍ਰਿਤ ਪੀਏ, ਉਡੇ ਤਾਂ ਏਕਾ ਵਾਰ। ਗੁਰੇ ਮਿਲੈ ਖਸਮ ਪਛਾਣੀਏ, ਕਹੋ ਨਾਨਕ ਮੋਖ ਦੁਆਰ। ਆਇਆ ਭਾਈ ਗੁਰੂ ਨੂੰ ਮਿਲ ਕੇ ਖਸਮ ਨੂੰ ਪਛਾਣ ਲਿਆ ਜਿਨ੍ਹਾਂ ਨੇ, ਬਸ ਮੁਕਤੀ ਦਾ ਦੁਆਰਾ ਲੱਭ ਗਿਆ ਭਾਈ, ਮੁਕਤ ਹੋ ਗਏ। ਜੀ 2 ਅਸ਼ਟਪਦੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ, ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀ, ਸਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਾਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵੀ ਫਤਿਹ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਤਾਂ ਬਾਣੀ ਜਿਹੜੀ ਹੈ ਨਾ, ਪਤਾ ਨਹੀਂ ਕਿੱਥੇ ਲੈ ਜਾਂਦੀ ਹੈ ਭਾਈ, ਕਿਹੜੇ ਦੇਸ਼ 'ਚ ਲੈ ਜਾਂਦੀ ਹੈ। ਦੇਖੋ ਕਮਾਲ ਕਰ ਦਿੰਦੀ ਹੈ। ਪਹਿਲੀ ਲੈਣੀ ਜਿਹੜੀ ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਏਕਾ। ਹਾਂ, ਇੱਥੇ ਤੇ ਅਮਲ ਕਰ ਲਈਏ ਤਾਂ ਬਸ ਸਰ ਗਿਆ ਫਿਰ ਤਾਂ ਵਧੀਆ। ਬਿਲਕੁਲ ਵੀਰ ਜੀ, ਬਹੁਤ ਬਹੁਤ ਵਧੀਆ, ਬਹੁਤ ਕਮਾਲ ਦੀਆਂ। ਅੱਜ ਤਾਂ ਜਿਹੜਾ ਹੈਗਾ ਨਾ, ਮਾਲਕ ਨੇ ਬਹੁਤ ਹੀ ਕਮਾਲ ਕਰਤੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੁਗਰਾਜ ਸਿੰਘ ਜੀ, ਵਾਹਿਗੁਰੂ ਵਾਹਿਗੁਰੂ।